ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਹੁਣੇ ਹੀ ਗੁਰਮੁਖ ਪਿਆਰਿਆਂ ਨੇ ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਹੈ। ਸੁਭਾਅ ਆਪੋ ਆਪਣਾ, ਕਈ ਗੁਰਮੁਖ ਪਿਆਰੇ ਕਥਾ ਸੁਣ ਕੇ ਰਾਜੀ ਨੇ, ਕਈਆਂ ਨੂੰ ਕੀਰਤਨ ਚੰਗਾ ਲੱਗਦਾ ਹੈ, ਕਈ ਬਾਣੀ ਪੜ੍ਹਨ ਨੂੰ ਪਹਿਲ ਦਿੰਦੇ ਨੇ। ਤੇ ਕਲਗੀਧਰ ਪਾਤਸ਼ਾਹ ਨੂੰ ਸਿੰਘਾਂ ਨੇ ਸਵਾਲ ਕੀਤਾ, ਪਾਤਸ਼ਾਹ ਇਹਨਾਂ ਤਿੰਨਾਂ ਦੇ ਵਿੱਚੋਂ ਬਹੁਤਾ ਲਾਭ ਕਿਹਦੇ ਵਿੱਚ ਹੈ? ਸਤਿਗੁਰੂ ਪਾਤਸ਼ਾਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਸੌਖੀ ਜੀ ਭਾਸ਼ਾ ਦੇ ਵਿੱਚ। ਕਹਿੰਦੇ ਗੁਰਮੁਖੋ ਮੀਂਹ ਪੈਂਦਾ, ਆਪਣੇ ਖੂਹਾਂ ਵਿੱਚ ਪਾਣੀ ਹੈ, ਭਾਵੇਂ ਮੀਂਹ ਦਾ ਪਾਣੀ ਹੋਵੇ ਤੇ ਭਾਵੇਂ ਖੂਹ ਦਾ ਪਾਣੀ ਹੋਵੇ, ਪੈੜੀ ਨੂੰ ਭਰਦਾ ਹੈ। ਔਰ ਪੈੜੀ ਦੇ ਭਰਨ ਦੇ ਨਾਲ ਸਾਡੀ ਫਸਲ ਬਾੜੀ ਹੋਏਗੀ। ਇਸੇ ਪ੍ਰਕਾਰ ਜਿਹੜਾ ਕੀਰਤਨ ਹੈ ਨਾ, ਗੁਰੂ ਕੀ ਬਾਣੀ 'ਚ ਲਿਖਿਆ, ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਹੀਰਾ। ਜਿਹੜਾ ਕੀਰਤਨ ਇਹ ਨਿਰਮੋਲ ਦੀ ਕੀਮਤ ਕੋਈ ਨਹੀਂ। ਇਹਦੀ ਕੀਮਤ ਇੰਨੀ ਜ਼ਿਆਦਾ ਹੈ, ਧੰਨ ਗੁਰੂ ਪਾਤਸ਼ਾਹ ਮਹਾਰਾਜ ਦੇ ਨਗਰ ਦੇ ਵਿੱਚ ਨਨਕਾਣਾ ਸਾਹਿਬ ਭਾਈ ਬਾਦਰੇ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ। ਆਦਮੀ ਦਾ ਨਾਮ ਬਾਦਰਾ ਹੈ, ਬੀਬੀ ਦਾ ਨਾਮ ਲੱਖੋ ਹੈ। ਬੱਚੇ ਹੁੰਦੇ ਨੇ ਕੋਈ 6 ਮਹੀਨਿਆਂ ਦਾ ਤੇ ਕੋਈ ਸਾਲ ਦਾ ਮਰ ਜਾਂਦਾ। ਮਾਪਿਆਂ ਦਾ ਮਨ ਟੁੱਟ ਗਿਆ। ਬੱਚਾ ਗੁਰੂ ਨਾਨਕ ਪਾਤਸ਼ਾਹ ਨਾਲੋਂ ਦੁਨਿਆਵੀ ਉਮਰ ਕਰਕੇ 10 ਸਾਲ ਵੱਡਾ ਹੈ। ਉਹਦਾ ਜਨਮ 1459 ਵਿੱਚ ਹੋਇਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ 1469 ਵਿੱਚ। ਉਹਦੇ ਬਾਲਕ ਦੇ ਪੂਰਬਲੇ ਕਰਮ ਚੰਗੇ, ਗੁਰੂ ਬਾਬੇ ਨਾਲ ਖੇਡਦਾ ਹੈ ਤੇ ਮਾਂ ਨੇ ਆਵਾਜ਼ ਮਾਰੀ, ਵੇ ਮਰ ਜਾਣਿਆ। ਹੁਣ ਤਾਂ ਗਾਲਾਂ ਵੀ ਨਵੀਆਂ ਤੇ ਨਾਂ ਵੀ ਨਵੇਂ। ਅੱਗੇ ਇਹ ਆਮ ਕਰਕੇ ਬੀਬੀਆਂ ਭੈਣਾਂ ਇਸ ਤਰ੍ਹਾਂ ਕਹਿ ਦਿੰਦੀਆਂ ਸਨ। ਜਦੋਂ ਇਹ ਬੇਬੇ ਨੇ ਗੱਲ ਕਹੀ, ਵੇ ਮਰ ਜਾਣਿਆ, ਜਿਹੜਾ ਗੁਰੂ ਨਾਨਕ ਹੈ ਨਾ, ਇਹ ਰਹਿਮ ਦਿਲ ਬੜਾ ਹੈ, ਇਹਨੂੰ ਤਰਸ ਬੜੀ ਛੇਤੀ ਆਉਂਦਾ ਹੈ, ਇਹ ਢਲਦਾ ਬੜੀ ਛੇਤੀ ਹੈ। ਤੇ ਕਹਿਣ ਲੱਗੇ, ਬੇਬੇ ਮੇਰੇ ਮਿੱਤਰ ਨੂੰ ਇਹ ਮਰ ਜਾਣਾ ਕਿਉਂ ਕਿਹਾ? ਕਹਿੰਦੀ, ਪੁੱਤ ਨਾਨਕ, ਇਹਦੇ ਤੋਂ ਪਹਿਲਾਂ ਮੈਂ 4 ਤੋਰੇ, ਕੀ ਪਤਾ ਇਹਨੇ ਅੱਜ ਤੁਰ ਜਾਣਾ ਕਿ ਕੱਲ੍ਹ ਤੁਰ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੇਬੇ ਮਰਨ ਵਾਲੇ ਮਰ ਗਏ, ਇਹਦਾ ਨਾਮ ਦਾਨਾ ਰੱਖ ਦੇ। ਜਦੋਂ ਕੀਰਤਨ ਕੀਤਾ ਤੇ ਗੁਰੂ ਬਾਬੇ ਨੇ ਆਖਿਆ ਮਰਦਾਨਾ, ਔਰ ਉਹਨੂੰ ਭਾਈ ਕਹਿ ਕੇ ਨਵਾਜਿਆ। ਇਹ ਕੀਰਤਨ ਦਾ ਸਤਿਕਾਰ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਭਾਈ ਤੋਂ ਭਾਵ ਤੂੰ ਮੇਰਾ ਪਿਆਰਾ ਹੈ। ਕੀਰਤਨ ਦੇ ਨਾਲ ਮਨੁੱਖ ਇੰਨਾ ਮਹਾਨ ਹੋ ਜਾਂਦਾ ਹੈ। ਮਰਦਾਨਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇਉਂ ਰਹਿੰਦਾ ਜਿਵੇਂ ਪਰਛਾਵਾਂ। ਸੁਲਤਾਨਪੁਰ ਦੀ ਗੱਲ, ਕਿਉਂਕਿ ਗੁਰੂ ਕੇ ਪਿਆਰ ਵਾਲਾ ਸੀ। ਤੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਬਾਬਾ ਹੁਣ ਤੇਰੇ ਤੇ ਮੇਰੇ ਫਰਕ ਕੋਈ ਨਹੀਂ। ਜਿਹੜਾ ਮਿੱਤਰ ਹੁੰਦਾ ਨਾ, ਉਹ ਹਰ ਗੱਲ ਕਹਿ ਦਿੰਦਾ ਤੇ ਗੁੱਸਾ ਨਹੀਂ ਕਰੀਦਾ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਹੁਣ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ। ਕਿਉਂ? ਤੂੰ ਰੱਬ ਦਾ ਰਬਾਬੀ, ਮੈਂ ਤੇਰਾ ਰਬਾਬੀ, ਤੇ ਜੇ ਮੈਨੂੰ ਪੁੱਛ ਕੇ ਵੇਖੇ ਤੇ ਤੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ। ਇਹ ਸਮਝ ਭਾਈ ਮਰਦਾਨੇ ਨੂੰ ਕੀਰਤਨ ਦੇ ਵਿੱਚੋਂ ਮਿਲੀ। ਇਹਦੀ ਕੋਈ ਕੀਮਤ ਨਹੀਂ, ਪਰ ਇੱਕ ਗੱਲ ਦਾ ਖਿਆਲ ਸਾਹਮਣੇ ਰੱਖਣਾ ਚਾਹੀਦਾ ਹੈ। ਮੈਂ ਕੱਲ੍ਹ ਪਰਸੋਂ ਗਵਾਲੀਅਰ ਦਰਸ਼ਨ ਕਰਨ ਗਿਆ, ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ 'ਤੇ। ਉੱਥੇ ਤਾਨਸੈਨ ਦੀ ਬਹੁਤ ਵੱਡੀ ਜਗ੍ਹਾ ਬਣੀ ਹੈ। ਜਦ ਮੈਂ ਬੋਰਡ ਪੜ੍ਹਿਆ ਨਾ, ਤੇ ਇੱਕ ਤਾਂ ਮੇਰੇ ਸਾਹਮਣੇ ਤਾਨਸੈਨ ਦਾ ਇਤਿਹਾਸ ਆ ਗਿਆ। ਅਕਬਰ ਦੇ 9 ਰਤਨ ਹੋਏ ਨੇ, ਉਹਨਾਂ 9 ਰਤਨਾਂ ਦੇ ਵਿੱਚੋਂ ਇੱਕ ਤਾਨਸੈਨ ਹੋਇਆ। ਉਹ ਬਹੁਤ ਤਗੜਾ ਰਾਗੀ ਸੀ, ਗਵਈਆ ਸੀ। ਅਕਬਰ ਬਾਦਸ਼ਾਹ ਕਹਿਣ ਲੱਗਾ, ਤਾਨਸੈਨ
ਦੁਨੀਆ ਵਿੱਚ ਸ਼ਾਇਦ ਤੇਰੇ ਨਾਲ ਦਾ ਕੋਈ ਰਾਗੀ ਹੋਵੇ, ਕਹਿਣ ਲੱਗਾ ਮੈਂ ਤਾਂ ਕੱਖ ਵੀ ਨਹੀਂ। ਤੂੰ ਕਹਿਣਾ ਵੀ ਤੂੰ ਬਹੁਤ ਬੜਾ ਤਗੜਾ ਹੈ, ਮੈਂ ਤਾਂ ਕੱਖ ਵੀ ਨਹੀਂ। ਮੇਰਾ ਗੁਰੂ ਇਹੋ ਜਿਹਾ, ਮੈਂ ਉਹਦੇ ਪਾਸਕੂ ਵੀ ਨਹੀਂ, ਪਾਸਕੂ। ਕਹਿਣ ਲੱਗਾ ਉੱਥੇ ਲੈ ਚੱਲ। ਜੋ ਗ੍ਰੰਥਾਂ 'ਚ ਲਿਖਿਆ ਵੀ ਤਾਨਸੈਨ ਅਕਬਰ ਨੂੰ ਕਹਿਣ ਲੱਗਾ ਮੈਂ ਤਾਂ ਤੇਰੀ ਖੁਸ਼ੀ ਵਾਸਤੇ ਰਾਗ ਗਾਉਣਾ ਹੈ, ਪਰ ਮੇਰਾ ਉਸਤਾਦ ਬੰਦਿਆਂ ਦੀ ਖੁਸ਼ੀ ਲਈ ਰਾਗ ਨਹੀਂ ਗਾਉਂਦਾ। ਰਾਤ ਭਿੱਜੇ, ਪੂਰਨਮਾਸ਼ੀ ਦੀ ਰਾਤ। ਅਕਬਰ ਤੇ ਤਾਨਸੈਨ ਨੇ ਜਦੋਂ ਉਹ ਰਾਗ ਸੁਣਿਆ, ਅਕਬਰ ਨੂੰ ਆਪਣੀ ਹੋਸ਼ ਭੁੱਲ ਗਏ ਤੇ ਆਪਣੀ ਜ਼ਬਾਨ ਨੂੰ ਕਹਿਣ ਲੱਗਾ ਤਾਨਸੈਨ ਤੂੰ ਤਾਂ ਪਾਸਕੂ ਨਹੀਂ, ਪਰ ਫਰਕ ਕੀ ਹੈ? ਕਹਿੰਦਾ ਮੈਂ ਬੰਦਿਆਂ ਲਈ ਗਾਉਣਾ, ਉਹ ਰੱਬ ਲਈ ਗਾਉਂਦਾ ਹੈ। ਤੁਸੀਂ ਸਾਡੇ ਲਈ ਅਰਦਾਸ ਕਰੋ, ਅਸੀਂ ਜੋ ਗੁਰੂ ਘਰ ਦੇ ਕੀਰਤਨੀਏ ਕਥਾਵਾਚਕਾਂ, ਅਸੀਂ ਗੁਰੂ ਦੀ ਖੁਸ਼ੀ ਲਈ ਗਾਈਏ, ਕਿਤੇ ਬੰਦਿਆਂ ਦੀ ਖੁਸ਼ੀ ਲਈ ਨਾ ਗਾਈਏ। ਇਹ ਤੁਸੀਂ ਅਸੀਸ ਦਿਓ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਕੀਰਤਨ ਹੈ ਨਾ, ਇਹ ਮੋਹਲੇ ਧਰ ਮੀਂਹ ਵਰਗਾ ਹੈ। ਜਦੋਂ ਮੀਂਹ ਪੈਂਦਾ ਤੇ ਸਾਰੇ ਹਰ ਥਾਂ ਤੇ ਪਾਣੀ ਦੇ ਕਾਰਨ ਸਲਾਬ ਹੋ ਜਾਂਦੀ ਹੈ, ਧਰਤੀ ਗਿੱਲੀ ਹੋ ਜਾਂਦੀ ਹੈ ਤੇ ਮੁੜ ਕੇ ਪੈਲੀ ਵੇਖਿਓ ਤੇ ਪਾਣੀ ਰੁੜ ਕੇ ਨੀਵੀਆਂ ਥਾਵਾਂ ਤੇ ਆ ਜਾਂਦਾ। ਆਪਾਂ ਪਿੰਡਾਂ ਵਿੱਚ ਕਹਿੰਦੇ ਆ 4 ਉਂਗਲਾਂ ਮੀਂਹ ਪਿਆ, 6 ਉਂਗਲਾਂ ਮੀਂਹ ਪਿਆ। ਮੀਂਹ ਮੋਹਲੇ ਧਾਰ ਪਿਆ ਪਰ 2 ਉਂਗਲਾਂ। ਹੌਲੀ ਹੌਲੀ ਮੀਂਹ ਪਿਆ, ਕਣੀਆਂ ਛੋਟੀਆਂ ਛੋਟੀਆਂ। ਬਾਪ ਨੇ ਆਪਣੇ ਬੱਚੇ ਨੂੰ ਆਖਿਆ ਪੁੱਤਰਾ ਵੇਖ ਮੀਂਹ ਕਿੰਨਾ ਪਿਆ। ਕਹਿੰਦਾ ਬਾਪੂ 6 ਉਂਗਲਾਂ। ਕਹਿੰਦਾ ਮੀਂਹ ਪਿਆ ਤਾਂ ਹੌਲੀ ਹੌਲੀ ਹੈ, 6 ਉਂਗਲਾਂ ਕਿਵੇਂ? ਕਹਿੰਦਾ ਹੌਲੀ ਹੌਲੀ ਜਿਹੜੀਆਂ ਕਣੀਆਂ ਨੇ ਰਹ ਜਾਂਦੀਆਂ ਹਨ। ਜਦੋਂ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਨੇ ਮਨ ਟਿਕਦਾ ਹੈ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਜੇ ਆਪਾਂ ਨੂੰ ਪੁੱਛੇ ਵੀ ਉਹਨਾਂ ਕਿਹੜਾ ਸ਼ਬਦ ਪੜਿਆ ਤੇ ਆਪਾਂ ਕਹਿੰਦੇ ਚੇਤੇ ਨਹੀਂ ਰਿਹਾ। ਆਨੰਦ ਆਇਆ ਜ਼ਰੂਰ ਪਰ ਅੰਦਰ ਵਸਿਆ ਨਹੀਂ। ਕਥਾ ਕਰਦਿਆਂ ਕਰਦਿਆਂ ਇੱਕ ਗੱਲ ਬੰਦੇ ਦੇ ਟਿਕਾਣੇ ਬਹਿ ਜਾਏ, ਬੰਦੇ ਦਾ ਜੀਵਨ ਬਦਲ ਜਾਂਦਾ ਹੈ। ਇਸ ਕਰਕੇ ਨਾਲ ਗੁਰੂ ਨੇ ਇਹ ਵੀ ਆਖਿਆ ਹੈ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਉਤਮ ਕਥਾ ਉਹ ਹੈ ਜਿਹੜੀ ਕਰਤੇ ਦੀ ਕੀਤੀ ਜਾਵੇ, ਬੰਦਿਆਂ ਦੀ ਵਡਿਆਈ ਨਾ ਕੀਤੀ ਜਾਏ। ਚੌਥੇ ਨੰਬਰ ਦੇ ਉੱਤੇ ਗੁਰੂ ਕਲਗੀਧਰ ਬਾਪੂ ਕਹਿੰਦੇ ਨੇ ਸਿੰਘੋ ਜਿਵੇਂ ਮੀਂਹ ਖੂਹ ਦਾ ਪਾਣੀ ਹੁੰਦਾ ਹੈ ਨਾ, ਉਹਦੇ ਲਾਗੇ ਲਾਗੇ ਆਪਾਂ ਆਪਣੀਆਂ 5-7 ਪੈਲੀਆਂ ਭਰ ਲੈਂਦੇ ਹਾਂ, ਪਰ ਸਾਰੇ ਪਿੰਡ ਦੀ ਪੈਲੀ ਨਹੀਂ ਭਰੀ ਜਾਂਦੀ ਖੂਹ ਦੇ ਪਾਣੀ ਨਾਲ। ਜਿਹੜਾ ਬਾਣੀ ਗੁਰਮੁਖ ਪਿਆਰਾ ਪੜ੍ਹਦਾ ਹੈ ਉਹਨੂੰ ਲਾਭ ਹੈ, ਉਹਨੂੰ ਸਿੰਜੇਗੀ, ਲੇਕਿਨ ਕਈ ਵਾਰਾਂ ਕੋਲ ਬੈਠਿਆਂ ਨੂੰ ਪਤਾ ਨਹੀਂ ਚੱਲਦਾ। ਪਰ ਗੁਰੂ ਬਾਬਾ ਇਹ ਨਹੀਂ ਕਹਿੰਦਾ ਵੀ ਪਾਠ ਕਰਨਾ ਮਾੜਾ ਹੈ, ਕੀਰਤਨ ਕਰਨਾ ਮਾੜਾ ਹੈ, ਕਥਾ ਕਰਨੀ ਮਾੜੀ ਹੈ। ਹਜ਼ੂਰ ਕਹਿੰਦੇ ਗਵਾਚ ਕੇ ਉਹਦੇ 'ਚ ਮਰਜ ਹੋਣ ਦਾ ਯਤਨ ਕਰ। ਸਭ ਤੇ ਊਤਮ ਹਾਰ ਕੀ ਕਥਾ। ਤੇ ਨਾਲ ਇਹ ਵੀ ਆਖਿਆ ਆਇਓ ਸੁਣ ਪੜ੍ਹਨ ਕੋ ਬਾਣੀ। ਗੁਰੂ ਕੇ ਸਿੱਖਾ ਤੂੰ ਸੰਸਾਰ ਵਿੱਚ ਬਾਣੀ ਨੂੰ ਸੁਣਨ ਵਾਸਤੇ, ਪੜ੍ਹਨ ਵਾਸਤੇ ਤੇ ਇਕੱਲਾ ਸੁਣਨਾ ਤੇ ਪੜ੍ਹਨਾ ਨਹੀਂ, ਇਹਨੂੰ ਧਾਰਨ ਵੀ ਕਰਨਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਬਾਣੀ ਨੂੰ ਸੁਣ, ਬਾਣੀ ਨੂੰ ਮੰਨ ਤੇ ਬਾਣੀ ਦੇ ਮੁਤਾਬਕ ਆਪਣਾ ਜੀਵਨ ਢਾਲ। ਪਰ ਆਪਾਂ ਆਪਣੀ ਮਰਜ਼ੀ ਦੀ ਗੱਲ ਫੜਦੇ, ਬਾਕੀ ਛੱਡ ਦਿੰਦੇ ਆ। ਸਾਡਾ ਸੁਭਾਅ ਇਹ ਹੈ ਜਿਹੜੀ ਗੱਲ ਸਾਨੂੰ ਫਿੱਟ ਉਹ ਫੜ ਲਈ ਤੇ ਦੂਜੀਆਂ ਆਪਾਂ ਗੱਲਾਂ ਕਹਿੰਦੇ ਵੀ ਮੈਂ ਇੰਨੇ ਜੋਗਾ ਨਹੀਂ, ਬਾਕੀ ਦੂਜਿਆਂ ਨੂੰ ਦੇ ਦਿਓ। ਸਾਡਾ ਇਤਿਹਾਸ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਕਸ਼ਮੀਰ ਦੇ ਇਲਾਕੇ 'ਚ ਗਏ। ਉੱਥੇ ਮੇਰੇ ਪਾਤਸ਼ਾਹ ਸਵੇਰ ਦੀ ਅੰਮ੍ਰਿਤ ਵੇਲੇ ਦੀ ਸੈਰ ਤੇ ਘੋੜੇ ਤੇ ਚੜ੍ਹੇ ਨੇ।
ਕੰਨਾਂ ਵਿੱਚ ਆਵਾਜ਼ ਪਈ ਕਿਸੇ ਬੱਚੇ ਦੇ ਰੋਣ ਦੀ। ਕਹਿਣ ਲੱਗੇ ਗੁਰਮੁਖ ਪਿਆਰੋ ਸੱਜੇ ਖੱਬੇ ਨਿਗਾਹ ਮਾਰੋ, ਕੋਈ ਬੱਚਾ ਹੋਵੇ ਜਾਪਦਾ ਹੈ। ਸਿੱਖਾਂ ਨੇ ਵੇਖਿਆ ਕਿ ਪੂਤਲਿਆਂ ਵਿੱਚ ਨਿੱਕੇ ਨਿੱਕੇ ਕੱਪੜਿਆਂ ਦੇ ਵਿੱਚ ਇੱਕ ਬੱਚਾ ਲਪੇਟਿਆ ਹੈ ਤੇ ਕਹਿਣ ਲੱਗੇ ਪਾਤਸ਼ਾਹ ਉਹਦਾ ਰੰਗ ਕਾਲਾ, ਜੰਮਦੇ ਦੇ ਦੰਦ, ਤੇ ਕਹਿਣ ਲੱਗੇ ਇਹ ਬੱਚਾ ਕੋਥਰਾ ਬੜਾ ਹੈ। ਆਪਾਂ ਗੁਰਮੁਖ ਸ਼ਬਦ ਜਦੋਂ ਹੁਕਮਨਾਮਾ ਲੈਂਦੇ ਆ ਨਾ, ਤੇ ਜਿਹੜੇ ਵੀ ਹੁਕਮਨਾਮਾ ਲੈਂਦੇ ਹੋ ਪੜ੍ਹਦੇ ਤੇ ਆਪਾਂ ਸੁਣਦੇ ਹਾਂ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟਗੇ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ। ਗੁਰੂ ਕੇ ਦਰਸ਼ਨ ਦੇ ਵਿੱਚ ਇੰਨੀ ਤਾਕਤ ਹੈ ਕਿ ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਂਦੀ, ਪਾਪ ਕੱਟੇ ਜਾਂਦੇ ਹਨ। ਇਹ ਗੱਲਾਂ ਕੇਵਲ ਕਹਿਣ ਮਾਤਰ ਨਹੀਂ ਹੋਈਆਂ। ਸਿੱਖ ਨੇ ਬੱਚੇ ਨੂੰ ਚੁੱਕਿਆ, ਅੱਤ ਰੰਗ ਕਾਲਾ ਤੇ ਜੰਮਦੇ ਦੇ ਦੰਦ ਤਿੱਖੇ, ਤੇ ਕਹਿਣ ਲੱਗਾ ਜੀ ਮੈਨੂੰ ਕੋਥਰਾ ਜਾਪਦਾ ਹੈ। ਉਹਦੇ ਕਰਮ ਜਾਗੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਬੱਚੇ ਨੂੰ ਆਪਣੇ ਹੱਥਾਂ ਤੇ ਲਿਆ, ਉਹਦੇ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗੇ ਬਿਧੀ ਚੰਦਾ ਕੋਥਰਾ ਨਹੀਂ, ਉਹਨੂੰ ਸੁਥਰਾ ਕਹੋ। ਇਹ ਜੇ ਗੁਰੂ ਦੀ ਤਾਕਤ, ਜਿਹਨੂੰ ਮਾਂ ਪਿਓ ਸੁੱਟ ਗਏ, ਜਿਹੜਾ ਰੰਗ ਕਰਕੇ ਕਾਲਾ ਤੇ ਦੰਦ ਨਿਕਲੇ, ਗੁਰੂ ਆਖਿਆ ਸੁਥਰਾ। ਗੁਰਮੁਖੋ ਦੀ ਲੰਮੇਰੀ ਉਮਰ ਹੋਈ ਹੈ। ਮੈਂ ਬੇਨਤੀ ਇਹ ਕਰ ਰਿਹਾ ਵੀ ਆਪਾਂ ਤਾਂ ਆਪਣੀ ਮਰਜ਼ੀ ਦੀ ਗੱਲ ਕੱਢਦੇ ਹਾਂ, ਮਰਜ਼ੀ ਦੀ ਗੱਲ। ਜਿਹੜਾ ਸਾਨੂੰ ਖੁਸ਼ ਕਰ ਜੇ ਆਪਾਂ ਕਹਿੰਦੇ ਉਹਨੇ ਤਾਂ ਕਮਾਲ ਹੀ ਕਰ ਛੱਡੀ। ਜਿਹੜਾ ਕਿਸ਼ਾਮਦ ਨਹੀਂ ਕਰਦਾ ਆਪਾਂ ਕਹਿੰਦੇ ਸਵਾਦ ਜਿਹਾ ਨਹੀਂ ਆਇਆ, ਕਿਉਂਕਿ ਤੇਰੀ ਹਉਮੈ ਨੂੰ ਪੱਠੇ ਨਹੀਂ ਨਾ ਪਾਏ ਉਹਨੇ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ, ਜਿਵੇਂ ਮੈਂ ਤੁਹਾਡੇ, ਤੁਸੀਂ ਮੇਰੇ ਤੇ ਮੈਂ ਤੁਹਾਡਾ ਹਾਂ, ਤੇ ਤੁਸੀਂ ਮੈਨੂੰ ਜਾਣਦੇ ਮੈਂ ਤੁਹਾਨੂੰ ਜਾਣਦਾ, ਤੇ ਨਾਲ ਕਥਾ ਕਰਨੀ ਤੇ ਨਾਲੇ ਨੋਟ ਗਿਣਨੇ ਤੇ ਕਹਿਣਾ ਪਰਮ ਪਿਆਰਾ ਮੇਰਾ ਫਲਾਣਾ ਚਾਚਾ 500 ਦਮੜਾ ਦੇ ਗਿਆ। ਗਿਆਨੀ ਤੂੰ ਕਥਾ ਨਹੀਂ ਕਰਦਾ, ਤੂੰ ਪੈਸਿਆਂ ਦੀ ਗਿਣਤੀ ਕਰਦਾ ਹੈ। ਉਂਝ ਕਹਿ ਦੇ ਮੇਰੀ ਭੁੱਖ ਕੱਢ ਦਿਓ ਤੇ ਮੈਨੂੰ ਇਕੱਠੇ ਕਰਕੇ ਦਿਓ ਦਿਓ, ਪਰ ਕਥਾ ਜਿਉ ਨਾ ਕਰਿਆ ਕਰ। ਗੁਰੂ ਸਾਡੇ ਤੇ ਮਿਹਰ ਕਰੇ, ਅਸੀਂ ਕੇਵਲ ਤੇ ਕੇਵਲ ਗੁਰੂ ਦੀ ਖੁਸ਼ੀ ਲਈ ਕਥਾ ਕਰੀਏ। ਯਾਦ ਰੱਖਿਆ ਜੇ, ਜਿਹੜਾ ਇਹਦਾ ਬਣ ਗਿਆ ਉਹਦੇ ਮਗਰ ਮਗਰ ਪਦਾਰਥ, ਜਿਹੜਾ ਇਹਦਾ ਬਣ ਗਿਆ ਨਾ ਉਹਦੇ ਮਗਰ ਮਗਰ ਪਦਾਰਥ। ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ, ਬ੍ਰਹਮ ਬਿੰਦੇ ਤਿਸਦਾ ਬ੍ਰਹਿ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਨਾ, 9 ਨਿਧੀਆਂ ਤੇ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ, ਆਪਾਂ ਵਸਾਉਂਦੇ ਨਹੀਂ। ਮੈਂ ਗੱਲ ਕਰਨ ਲੱਗਾ ਸਾਂ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਆਪਾਂ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ, ਜਨਮਾਂ ਜਨਮਾਤਰਾਂ ਦੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜਿਉਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲ ਇਹ ਦੇਹ ਸੰਜਰੀਆ। ਆਪਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਕਿੱਥੋਂ ਕਿੱਥੋਂ ਆਏ ਹਾਂ। ਤੁਸੀਂ ਕਿਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹਜ਼ੂਰ ਸਾਹਿਬ ਜਾਣ ਦਾ ਪ੍ਰਸੰਗ ਪੜ੍ਹਨਾ, ਜਿਹੜਾ ਇਹ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ, ਮਾਧੋ ਦਾਸ ਇਹਦਾ ਨਾਂ ਸੀ। ਗੁਰੂ ਕਲਗੀਧਰ ਪਾਤਸ਼ਾਹ ਪੜ੍ਹਨਗੇ ਤੇ ਜਾ ਕੇ ਬੈਠ ਗਏ। ਇਹਨੇ ਆਪਣੇ ਵੀਰਾਂ ਨੂੰ ਭੇਜਿਆ ਪਰ ਗੱਲ ਨਾ ਬਣੀ। ਆਖਰ ਜਦੋਂ ਕਲਗੀਧਰ ਬਾਪੂ ਪੜ੍ਹਨਗੇ ਤੇ ਬੈਠਾ ਨਾ, ਤੇ ਗੁਰੂ ਕੇ ਚਰਨਾਂ ਤੇ ਡਿੱਗ ਪਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਾਧੋ ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੋਈ? ਇਹ ਲਿਖਿਆ ਜੀ ਬਕਾਇਦਾ ਇਤਿਹਾਸ ਵਿੱਚ। ਕਹਿੰਦਾ ਜੀ ਕਰ ਕਿਰਪਾ। ਉੱਥੇ ਲਿਖਿਆ ਕਿ ਸਾਹਮਣੇ ਇੱਕ ਦਰਖਤ ਸੀ, ਮੈਨੂੰ ਉਹਦਾ ਦਰਖਤ ਦਾ ਨਾਮ ਭੁੱਲ ਗਿਆ ਹੈ। ਕਹਿਣ ਲੱਗੇ ਇਹ ਜਿਹੜਾ ਸਾਹਮਣੇ ਫਲ, ਇਹਦੇ ਵਿੱਚ ਇੱਕ ਕੀੜਾ ਹੈ, ਇਹ ਤੇਰਾ ਗੁਰੂ ਹੀ। ਆਹ ਫਲ ਤੋੜ। ਉਹਨੇ ਫਲ ਤੋੜਿਆ। ਜਦੋਂ ਭੰਨ ਕੇ ਵੇਖਿਆ ਤੇ ਕਹਿਣ ਲੱਗਿਆ ਚਿੱਟੇ ਰੰਗ ਦਾ ਜਿਹੜਾ ਕੀੜਾ ਹੈ ਤੇਰਾ ਗੁਰੂ ਹੈ। ਮਾਧੋ ਦਾਸ ਦੇ ਗੁਰੂ ਦਾ ਨਾਮ ਸੀ ਸਾਧੋ ਦਾਸ। ਕਹਿੰਦੇ ਕਾਰਨ ਕਲਗੀਧਰ ਬਾਪੂ ਕਹਿਣ ਲੱਗੇ ਜਿੱਦਣ ਇਹਦੀ ਮੌਤ ਹੋਈ, ਐਸ ਮੰਜੇ ਤੇ ਪਿਆ ਜਿੱਥੇ ਮੈਂ ਬੈਠਾ। ਇਹਦੀ ਸੁਦਾ
ਇਸ ਫਲ ਵਾਲੇ ਪਾਸੇ ਵੱਲ ਗਈ ਔਰ ਇਹਦੀ ਸੁਧਾ ਉੱਥੇ ਰਹਿਣ ਕਰਕੇ ਇਹ ਦਰਖਤ ਦਾ ਕੀੜਾ ਬਣਿਆ। ਜਿਹੜਾ ਆਪਾਂ ਗੁਰਦੁਆਰੇ ਆਉਣੇ ਨਾ, ਇੱਥੇ ਆਉਣ ਦਾ ਇੱਕੋ ਹੀ ਕਾਰਨ ਹੈ ਕਿ ਸਾਡੀ ਕਿਤੇ ਸੁਧਾ ਗੁਰੂ ਪਰਮੇਸ਼ਰ ਵਾਲੇ ਪਾਸੇ ਵੱਲ ਹੋ ਜਾਏ, ਸਾਡੇ ਮਨ ਦੀ ਦਸ਼ਾ ਪ੍ਰਮਾਤਮਾ ਵਾਲੇ ਪਾਸੇ ਵੱਲ ਹੋ ਜਾਏ। ਇਹ ਗੁਰਦੁਆਰੇ ਆਉਣ ਦਾ ਮੁੱਖ ਮਕਸਦ ਹੈ, ਹੋਰ ਕੋਈ ਕਾਰਨ ਨਹੀਂ। ਗੁਰੂ ਬਾਬਾ ਸਾਡੇ ਤੇ ਮਿਹਰ ਕਰੇ। ਜਿਹੜਾ ਇੱਥੋਂ ਦਾ ਇਤਿਹਾਸ ਹੈ ਨਾ, ਇਹ ਹੈ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਕੂ ਬਵਹਾਰੇ। ਇੱਕ ਪਤਾ ਮੈਂ ਯੂਪੀ ਵਿੱਚ ਸੰਤ ਬਾਬਾ ਕਰਤਾਰ ਸਿੰਘ ਕੋਲੋਂ ਪੜ੍ਹੀ ਸੀ, ਜਿਹੜੀ ਮੈਂ ਇੱਥੇ ਕਰਨ ਲੱਗਾ। ਜਦੋਂ ਯੂਪੀ 'ਚ ਗਿਆ ਤੇ ਉਹਨਾਂ ਨੇ ਇਹ ਸ਼ਬਦ ਦੀ ਕਥਾ ਕੀਤੀ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਕੂ ਬਵਹਾਰੇ। ਜਿਹਨੂੰ ਆਪਾਂ ਬਾਣੀ 'ਚ ਕਹਿੰਦੇ ਪਾਰ ਗ੍ਰਮ ਗਰੀਬ ਨਵਾਜ, ਖਿਨਮੈ ਨੀਜ ਕੀੜ ਕੋ ਰਾਜ। ਜਿਹੜਾ ਰੱਬ ਹੈ ਨਾ, ਉਹ ਗਰੀਬ ਨਵਾਜ ਹੈ। ਆਮ ਕਰਕੇ ਅਸੀਂ ਥਾਂ ਥਾਂ ਤੇ ਜਾਂਦੇ ਤੇ ਕਈ ਗੁਰਮੁਖ ਪਿਆਰੇ ਕਹਿੰਦੇ, ਗਿਆਨੀ ਜੀ ਤੁਸੀਂ ਕਹਿੰਦੇ ਅਰਦਾਸ ਕਰਿਆ ਕਰੋ। ਅਸੀਂ 50 ਅਰਦਾਸਾਂ ਕੀਤੀਆਂ ਤੇ ਸਾਡੀ ਗੱਲ ਨਹੀਂ ਬਣੀ। ਮੈਂ ਇੱਕੋ ਬੇਨਤੀ ਕਰਦਾ, ਗੁਰਮੁਖੋ ਅਰਦਾਸ ਮੰਨੀ ਜਾਂਦੀ ਹੈ, ਕਿਉਂਕਿ ਬਾਣੀ ਕਹਿੰਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬਾਣੀ ਕਹਿੰਦੀ ਜੀ ਕੀ ਬਿਰਥਾ ਹੋਵੇ, ਸੋ ਗੁਰ ਪੈ ਅਰਦਾਸ ਕਰ, ਜਿਹੜੀ ਤੇਰੇ ਅੰਦਰ ਦੀ ਦਰਦ ਉਹ ਗੁਰੂ ਨੂੰ ਦੱਸ। ਤੇ ਨਾਲ ਇਹ ਵੀ ਬਾਣੀ ਕਹਿੰਦੀ ਅਰਦਾਸ ਕੀਤੀ ਜਾਂਦੀ ਨਹੀਂ ਤੇ ਆਪਾਂ ਕਹਿੰਦੇ ਮੇਰੀ ਮੰਨੀ ਨਹੀਂ ਗਈ। ਉਲਝਣ ਕੀ ਹੈ? ਕਿਉਂਕਿ ਗੁਰੂ ਜਿਹੜਾ ਨਾ ਪਾਰ ਬ੍ਰਹਮ ਗਰੀਬ ਨਵਾਜ। ਆਪਾਂ ਕਦੇ ਮਾੜੇ ਬਣ ਕੇ ਅਰਦਾਸ ਹੀ ਨਹੀਂ ਕੀਤੀ, ਆਪਾਂ ਤਾਂ ਫੰਨੇ ਖਾਂ ਬਣਦੇ ਆ। ਮੈਂ ਗੁਰੂ ਨੂੰ ਆਹ ਦਿੱਤਾ, ਮੈਂ ਗੁਰੂ ਨੂੰ ਆਹ ਦਿੱਤਾ। ਜਿੱਥੇ ਮੈਂ ਆਜ ਗੁਰਮੁਖੋ 50 ਅਰਦਾਸਾਂ ਕਰ ਲਓ, ਬਾਤ ਨਹੀਂ ਜੇ ਬਣਨੀ। ਜਿਹੜਾ ਮੈਂ ਹੈ ਨਾ, ਮੈਂ ਨੂੰ ਪਾਸੇ ਸੁੱਟ ਕੇ ਅਰਦਾਸ ਕਰਾਂਗੇ, ਗੱਲ ਬਣ ਜੇਗੀ। ਜਿੰਨਾ ਚਿਰ ਵਿੱਚ ਮੈਂ ਭਾਵੇਂ 50 ਅਰਦਾਸਾਂ ਕਰ ਲਓ, ਬਾਤ ਨਹੀਂ ਬਣਨੀ, ਕਿਉਂਕਿ ਮੈਂ ਨੇ ਅਰਦਾਸ ਕੱਢ ਦਿੱਤੀ। ਗੁਰੂ ਸਾਡੇ ਤੇ ਮਿਹਰ ਕਰੇ, ਸਾਡੀ ਮੈਂ ਨੂੰ ਖਤਮ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੇ। ਇਹ ਗੁਰੂ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਬੇਨਤੀ। ਕਿਉਂਕਿ ਆਪਾਂ ਪੜ੍ਹਦੇ ਹਾਂ, ਮੈਂ ਵਿਦਾਂਤ ਸ਼ਾਸਤਰ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲ ਬੜਾ ਖਲਾਸੇ ਨਾਲ, ਧਿਆਨ ਨਾਲ, ਵਿਸਤਾਰਪੂਰਵਕ ਪੜ੍ਹਿਆ ਤੇ ਉਹਨਾਂ ਨੇ ਸਾਨੂੰ ਪੜ੍ਹਾਇਆ ਕਿ ਆਮ ਕਰਕੇ ਲੋਕ ਇਹ ਕਹਿੰਦੇ ਨੇ, ਭਾਈ ਸਾਹਿਬ ਗੁਰਬਾਣੀ ਵੇਦਾਂ ਦੀ ਹੁੰਦਿਆਂ ਗੁਰਬਾਣੀ ਦੀ ਕੀ ਲੋੜ ਹੈ? ਇਹ ਸਾਡੇ ਤੇ ਆਮ ਸਵਾਲ ਹੈ। ਤੁਸੀਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇ ਲੈ। ਤੇ ਗੁਰਬਾਣੀ ਤੋਂ ਪਹਿਲਾਂ ਇੰਨੇ ਗ੍ਰੰਥ ਨੇ ਤੇ ਉਹਨਾਂ ਦੇ ਹੁੰਦਿਆਂ ਗੁਰਬਾਣੀ ਦੀ ਲੋੜ ਕਿਉਂ? ਇਹਦਾ ਜਵਾਬ ਇਹ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਜਿਹੜੇ ਕਹਿੰਦੇ ਵੀ ਗਿਆਨੀ ਜੀ ਬਾਈਬਲ ਦੇ ਹੁੰਦਿਆਂ ਗੁਰਬਾਣੀ ਦੀ ਲੋੜ ਕਿਉਂ? ਜਿਹੜੇ ਕਹਿੰਦੇ ਨੇ ਭਾਈ ਸਾਹਿਬ ਵੇਦਾਂ ਦੇ ਹੁੰਦਿਆਂ ਬਾਣੀ ਦੀ ਲੋੜ ਕਿਉਂ? ਭਾਈ ਸਾਹਿਬ ਇੰਨੇ ਧਰਮ ਗ੍ਰੰਥਾਂ ਦੇ ਹੁੰਦਿਆਂ ਬਾਣੀ ਦੀ ਲੋੜ ਕਿਉਂ? ਤੁਸੀਂ ਵਾਰ-ਵਾਰ ਬਾਣੀ ਨਾਲ ਕਿਉਂ ਕਹਿੰਦੇ ਜੁੜਨ ਵਾਸਤੇ? ਇਹਦਾ ਜਵਾਬ ਮੇਰੇ ਵੀ ਤਾਂ ਤਾਕਤ ਨਹੀਂ ਕਿ ਮੈਂ ਦੇ ਦਿਆਂ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪਿਆਰੋ, ਇਹਦਾ ਜਵਾਬ ਇਹ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਤੁਸੀਂ ਕਹ ਰੱਬ ਨੂੰ ਕਹੋਗੇ ਕਿ ਰੱਬ ਨੇ ਮੀਂਹ ਪਾਇਆ ਥੱਲੇ ਧਰਤੀ ਦੇ ਪਾਣੀ, ਤੇ ਮੀਂਹ ਦੀ ਲੋੜ ਕਿਉਂ? ਮੀਂਹ ਦੇ ਪਾਣੀ ਦੀ ਲੋੜ ਹੈ ਵੀ ਮੀਂਹ ਦਾ ਪਾਣੀ ਖਾਰਾ ਨਹੀਂ ਹੁੰਦਾ। ਜਿਹੜਾ ਥੱਲੇ ਦਾ ਪਾਣੀ ਹੈ ਉਹ ਕਈਆਂ ਥਾਵਾਂ 'ਤੇ ਬੜਾ ਡੂੰਘਾ ਹੈ, ਕਿਤੇ ਕਲਰੀ ਹੈ, ਕਿਤੇ ਕੌੜਾ ਹੈ, ਕਿਤੇ ਤੇਲੀਆ ਹੈ। ਲੇਕਿਨ ਮੀਂਹ ਦਾ ਪਾਣੀ ਜਿਹੜਾ ਨਾ ਤੇਲੀਆ, ਨਾ ਕੌੜਾ ਤੇ ਨਾ ਉਹਦੇ 'ਚ ਕਿਸੇ ਪ੍ਰਕਾਰ ਕਲਰ। ਫਿਰ ਧਰਤੀ ਦੇ ਪਾਣੀ ਨੂੰ, ਪੈੜੀ ਨੂੰ ਲਾਉਣ ਵਾਸਤੇ ਆਪਾਂ ਨੂੰ ਕਿੰਨੀ ਖਿੱਚੜ ਕਰਨੀ ਪਏਗੀ। ਲੇਕਿਨ ਮੀਂਹ ਦਾ ਪਾਣੀ ਨਾ ਸਾਨੂੰ ਘੜੀ ਵੇਖਣੀ ਪਈ, ਨਾ ਨੱਕੇ ਮੋੜਨੇ ਪਏ,
ਨਾ ਪਾਣੀ ਖਾਰਾ, ਉਹ ਆਪਣੇ ਆਪ ਸਾਰਿਆਂ ਥਾਵਾਂ ਤੇ ਪੈ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖੋ, ਮੈਂ ਕੁਰਾਨ ਪੜ੍ਹਿਆ, ਮੇਰੇ ਘਰ ਅੱਜ ਵੀ ਕੁਰਾਨ ਮੌਜੂਦ ਹੈ। ਕੁਰਾਨ ਵਿੱਚ ਕੇਵਲ ਤੇ ਕੇਵਲ ਅੱਲਾ ਦਾ 100 ਨਾਮ ਹੈ। ਕੁਰਾਨ ਵਿੱਚ ਤੁਹਾਨੂੰ ਰਾਮ ਨਹੀਂ ਲੱਭੇਗਾ। 4 ਵੇਦਾਂ ਨੂੰ ਪੜ੍ਹ ਕੇ ਵੇਖੋ, ਉੱਥੇ ਅੱਲਾ ਦਾ ਨਾਮ ਨਹੀਂ ਮਿਲੇਗਾ। ਤੇ ਵੇਦਾਂ ਦਾ ਪਾਠ ਨੀਵੀਂ ਜਾਤੀ ਵਾਲੇ ਬੰਦੇ ਨੂੰ ਕਰਨ ਦਾ ਕੋਈ ਹੱਕ ਨਹੀਂ। ਉਹਨੂੰ ਕੇਵਲ ਤੇ ਕੇਵਲ ਬ੍ਰਾਹਮਣ ਉਹਦਾ ਪ੍ਰਚਾਰ ਕਰਦਾ, ਬਾਕੀ ਸੁਣ ਸਕਦੇ ਨੇ। ਜਿਹੜਾ ਸ਼ੂਦਰ ਹੈ ਉਹਨੂੰ ਕਹਿੰਦੇ ਪਰਾਂ ਹੋ ਜਾ, ਤੈਨੂੰ ਵੇਦਾਂ ਦੇ ਸੁਣਨ ਦਾ ਕੋਈ ਹੱਕ ਨਹੀਂ। ਲੇਕਿਨ ਜਿਹੜੀ ਇਹ ਬਾਣੀ ਹੈ ਨਾ, ਇਹ ਤਾਂ ਮਹਾਨ ਹੈ, ਇੱਥੇ ਰਾਮ ਤੇ ਅੱਲਾ ਦਾ ਕੋਈ ਝਗੜਾ ਨਹੀਂ। ਇਹ ਕਹਿੰਦੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਕਿਸੇ ਨੇ ਰਾਮ ਕਹਿ ਦਿੱਤਾ, ਕਿਸੇ ਨੇ ਅੱਲਾ ਕਹਿਤਾ, ਪਿਆਰੋ ਫਰਕ ਕੀ ਹੈ? ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ। ਕੋਈ ਨਹਾਵੇ ਤੀਰਥ ਤੇ ਕੋਈ ਹਜ ਜਾਏ। ਆੜਾ ਮੇਰੇ ਮੂੰਹ ਤੇ ਨਿਕਲ ਗਿਆ, ਗਲਤ ਨਿਕਲਿਆ ਜੇ। ਮੈਂ ਤਾਂ ਸਪਸ਼ਟੀਕਰਨ ਦਿੱਤਾ, ਤੁਸੀਂ ਕਹਿਣਾ ਗਿਆਨੀ ਜੀ ਆ ਤੇ ਕਿੱਥੋਂ ਲਾਇਆ? ਕਿਉਂਕਿ ਫੜਨ ਵਾਲੇ ਘੁੰਡੀਆਂ ਫੜਨ ਵਾਲੇ ਬੰਦੇ ਹੁੰਦੇ ਨਾ। ਤੇ ਨਹੀਂ, ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਇਹ ਮਨਾ ਨਹੀਂ ਜੇ ਕਰਦਾ। ਕਹਿੰਦੇ ਤੀਰਥਾਂ ਤੇ ਜਾਣਾ, ਤੀਰਥਾਂ ਤੇ ਜਾਓ। ਜੇ ਹਜ ਕਰਨ ਜਾਣਾ ਤੇ ਹਜ ਕਰਨਾ ਜਾਓ। ਨਾ ਹਜ ਮਾੜਾ ਤੇ ਨਾ ਤੀਰਥ ਯਾਤਰਾ ਮਾੜੀ। ਪਰ ਤੀਰਥ ਯਾਤਰਾ ਕਰਨੀ ਕਿਵੇਂ ਹੈ? ਆਪਾਂ ਕਹਿੰਦੇ ਵੀ ਨਾਲੇ ਗੁੱਡੀ ਦਾ ਵਿਆਹ ਹੈ, ਨਾਲੇ ਆਪਾਂ ਸ਼ਹਿਰੋਂ ਜਾ ਕੇ ਵਰੀ ਬਣਾ ਕੇ ਲਿਆਵਾਂਗੇ, ਨਾਲੇ ਇਸ਼ਨਾਨ ਕਰ ਲਾਂਗੇ। 2 ਕੰਮ। ਚਲਾਕੀ ਹੈ ਨਾ ਵੀ ਆਪਣੀ ਗੁੱਡੀ ਦਾ ਵਿਆਹ ਤੇ ਨਾਲੇ ਆਪਾਂ ਵਰੀ ਬਣਾ ਲਾਂਗੇ, ਨਾਲੇ ਇਸ਼ਨਾਨ ਕਰ ਲਾਂਗੇ। ਨਾ ਨਾ, ਜਦੋਂ ਤੀਰਥ ਨਹਾਉਣਾ ਤੇ ਗੁਰਮੁਖਾ ਤੈਨੂੰ ਇਹ ਨਾ ਪਤਾ ਵੀ ਬਾਕੀ ਕੁਝ ਕੀ ਹੋ ਰਿਹਾ। ਆਪਾਂ ਕਹਿੰਦੇ ਬੜਵਾ ਘੁੱਟ ਕੇ ਰੱਖੀਏ, ਇੱਥੇ ਉਂਤਰੇ ਜੇਬ ਕਦਰੇ ਬੜੇ ਹੀ। ਤੀਰਥ ਨਹਾਵਣ ਕਿਹੜਾ? ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਮੁਖਾ ਤੀਰਥ ਵਿੱਚ ਜਾ ਕਰਕੇ ਸ਼ਬਦ ਦੀ ਵਿਚਾਰ ਕਰਨੀ, ਇਹ ਤੀਰਥਾਂ ਦੀ ਯਾਤਰਾ ਕਰਨੀ ਹੈ। ਗੁਰੂ ਬਾਬਾ ਕਹਿੰਦਾ ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਪੂਜਾ ਕਿਹਦੀ ਕਰਨੀ ਹੈ? ਅੱਜ ਦੇ ਅਖਬਾਰ ਵਿੱਚ ਮੈਂ ਫੋਟੋ ਵੇਖ ਕੇ ਅਜੀਤ ਅਖਬਾਰ ਸਵੇਰੇ ਪੜ੍ਹਿਆ, 6-7 ਸਰਦਾਰ ਹਰੇ ਰੰਗ ਦੀ ਚਾਦਰ ਲੈ ਕੇ ਖਲੋਤੇ ਨੇ ਵੀ ਕਬਰ ਤੇ ਚਾਦਰ ਚੜਾਉਣ ਲੱਗੇ ਆ। ਫੋਟੋ ਅਖਬਾਰ ਨਹੀਂ ਦਿੱਤੀ, ਨਾਲ ਪੱਗਾਂ। ਸਿੱਖਾ ਜਿਨ੍ਹਾਂ ਦੀਆਂ ਕਬਰਾਂ ਨੇ ਉਹਨਾਂ ਨੂੰ ਮੁਬਾਰਕ, ਪਰ ਤੂੰ ਸਿੱਖਾਂ ਦੇ ਘਰ ਜਨਮਿਆ, ਤੈਨੂੰ ਕਬਰ ਤੇ ਜਾਣਾ ਸੋਭਦਾ ਨਹੀਂ, ਤੈਨੂੰ ਮਟੀਆਂ ਤੇ ਜਾਣਾ ਸੋਭਦਾ ਨਹੀਂ। ਤੁਹਾਡੇ ਚੋਂ ਕਈਆਂ ਨੇ ਕਹਿਣਾ ਵੀ ਗਿਆਨੀ ਜੀ ਤਿਆਰੀ ਨਹੀਂ ਕਰਕੇ ਕਥਾ ਭੁੱਲ ਗਏ, ਹੁਣ ਟਾਈਮ ਪਾਸ ਕਰਦਾ ਹੀ ਗਿਆਨੀ। ਨਹੀਂ ਨਹੀਂ, ਟਾਈਮ ਨਹੀਂ ਪਾਸ। ਆਪਾਂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ। ਬਾਪੂ ਕਲਗੀਧਰ ਪਾਤਸ਼ਾਹ ਕਹਿੰਦਾ ਜਾਗਤ ਜੋਤ ਜਪੇ ਨਿਸਬਾਸਰ। ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਕਰ। ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨੇ। ਪੂਰਨ ਪ੍ਰੇਮ ਪ੍ਰਤੀਤ ਸੱਜੇ ਬ੍ਰਤ ਗੋਰ ਮੜੀ ਮਟ। ਭੁੱਲ ਨਾ ਮੰਨੇ, ਭੁੱਲ ਕੇ ਵੀ ਨਾ ਮੰਨ। ਮੇਰਾ ਪਾਤਸ਼ਾਹ ਕਹਿੰਦਾ ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਤੇ ਪੂਜਾ ਕਿਹਦੀ ਕਰਦੇ ਆ? ਕੋਠੀ ਬਣਾਈ 3.5 ਕਰੋੜ ਦੀ ਤੇ ਉੱਪਰ ਟੰਗਿਆ ਛਿੱਤਰ, ਬੂਹੇ ਅੱਗੇ ਸਾਹਮਣੇ ਖੇਡਦੇ। ਕਹਿੰਦਾ ਫੁੱਫੜਾ ਕੋਠੀ ਬੜੀ ਵਧੀਆ ਬਣਾਈ ਹੈ, ਕੋਠੀ ਬੜੀ ਵਧੀਆ ਬਣਾਈ ਹੈ, ਤੇ ਪ੍ਰੋਗਰਾਮ ਬੜਾ ਤਗੜਾ, ਤੇ ਰਹਿ ਨਾ ਜਾਈ, ਨਾਲ ਭੂਆ ਨੂੰ ਲੈ ਆਈ। ਤੇ ਫੁੱਫੜ ਬੜਾ ਮੂੰਹ ਪਾਟਾ ਕਹਿਣ ਲੱਗਾ ਪੁੱਤਰੋ ਤੁਹਾਡੇ ਪਿੰਡ ਵਿਆਹ ਸੀ, ਹੁਣ ਛਿੱਤਰ ਥੱਲੇ ਲੰਘਾਉਣ ਲੱਗਾ। ਫੁੱਫੜ ਬੜਾ ਪਾਟੇ ਸੁਭਾਅ ਵਾਲਾ, ਮੂੰਹ ਪਾਟਾ। ਕਹਿੰਦਾ ਪੁੱਤਰਾ ਮੈਂ ਤੇਰੇ ਪਿਓ ਦਾ ਭਣੋਈਆ ਤੇ ਤੂੰ ਹੁਣ ਛਿੱਤਰ ਥੱਲੇ ਲੰਘਾਉਣ ਲੱਗਾ। ਫੁੱਫੜਾ ਇਹ ਤਾਂ ਛਿੱਤਰ ਟੰਗਿਆ ਵੀ ਕੋਠੀ ਨੂੰ ਨਜ਼ਰ ਨਾ ਲੱਗ ਜਾਏ। ਕਰਾਉਣਾ ਖੰਡ ਪਾਠ, ਗੇੜ ਤੇ ਛਿੱਤਰ।
ਹੁਣ ਕਿਉਂਕਿ ਬੂਟ ਪਾਉਣ ਲੱਗ ਪਏ ਤੇ ਛਿੱਤਰ ਨਹੀਂ ਰਹਿ ਗਏ, ਹੁਣ ਟਾਇਰ ਟੰਗਿਆ ਟਾਇਰ। ਮੈਂ ਹੈਰਾਨ ਹਾਂ, ਇਹ ਕਿੱਥੇ ਲਿਖਿਆ ਵੀ ਛਿੱਤਰ ਦੀ ਪੂਜਾ ਕਰੋ ਤੇ ਟਾਇਰ ਦੀ ਪੂਜਾ ਕਰੋ? ਜੇ ਟਾਇਰ ਨਹੀਂ ਮਿਲਿਆ ਤੇ ਚੱਪਣੀ ਵਿੱਚ ਦੋ ਮੋਰੀਆਂ ਕੱਢ ਕੇ ਤੇ ਦੋਹਾਂ ਪਾਸੇ ਰੱਸੀਆਂ ਬੰਨ ਕੇ ਤੇ ਬੂਹੇ ਅੱਗੇ ਚੱਪਣੀ ਕੱਢ ਦਿੰਦੇ ਨੇ। ਕਾਹਦੇ ਲਈ? ਆਖੇ ਕੋਠੀ ਨੂੰ ਨਜ਼ਰ ਨਾ ਲੱਗ ਜਾਏ। ਤੇ ਮੈਨੂੰ ਕਹਿੰਦੇ ਗਿਆਨੀ ਜੀ ਤੁਹਾਡੀ ਇਹਦੇ ਬਾਰੇ ਰਾਏ। ਮੈਂ ਕਿਹਾ ਮੇਰੀ ਇਹਦੇ ਬਾਰੇ ਰਾਏ ਵੀ ਸਾਰਾ ਟੱਬਰ ਚੱਪਣੀ 'ਚ ਨੱਕ ਡੋਬ ਕੇ ਮਰ ਜਾਣ। ਮੇਰੀ ਤਾਂ ਰਾਏ ਹੈ ਹੋਵੇ ਸਿੱਖਾਂ ਦਾ ਪੁੱਤ ਤੇ ਚੱਪਣੀ ਦੀ ਪੂਜਾ ਕਰੇ, ਹੋਵੇ ਸਿੱਖਾਂ ਦਾ ਪੁੱਤਰ ਤੇ ਛਿੱਤਰ ਦੀ ਪੂਜਾ ਕਰੇ, ਹੋਵੇ ਸਿੱਖਾਂ ਦਾ ਪੁੱਤਰ ਤੇ ਟਾਇਰ ਦੀ ਪੂਜਾ ਕਰੇ। ਨਾ ਨਾ, ਸਾਨੂੰ ਹਦਾਇਤ ਹੈ ਪਰਚਾ ਸ਼ਬਦ ਦਾ। ਆਪਣੇ ਆਪ ਨੂੰ ਸ਼ਬਦ ਨਾਲ ਜੋੜ। ਪਰਚਾ ਸ਼ਬਦ ਦਾ, ਪੂਜਾ ਅਕਾਲ ਪੁਰਖ ਦੀ, ਰਹਿਣੀ ਨਾਨਕ ਸ਼ਾਹ ਫਕੀਰ ਦੀ, ਗੁਰੂ ਕੇ ਸਿੱਖਾ ਇਹ ਤੇਰਾ ਧਰਮ ਹੈ। ਮੇਰੇ ਪਾਤਸ਼ਾਹ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਮੜੀਆਂ ਤੇ ਮਸਾਣਾ ਤੇ ਨਾ ਜਾ। ਬੇਨਤੀ ਮੈਂ ਕਰ ਰਿਹਾ, ਇਹ ਗੁਰੂ ਘਰ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ। ਤੁਹਾਡੇ ਚੋਂ ਕੋਈ ਸਵਾਲ ਕਰ ਸਕਦਾ ਵੀ ਗਿਆਨੀ ਜੀ ਉਹ ਮਾੜੇ ਨੇ? ਬਿਲਕੁਲ ਮਾੜੇ ਨਹੀਂ। ਕੌਣ ਕਹਿੰਦਾ ਮਾੜੇ ਨੇ? ਮੈਨੂੰ ਚੰਗੀ ਤਰ੍ਹਾਂ ਚੇਤੇ ਹੈ, ਜਦੋਂ ਮੈਂ 5ਵੀਂ ਜਮਾਤ ਵਿੱਚ ਪੜ੍ਹਦਾ ਸਾਂ ਉਦੋਂ ਸਾਡੇ ਪਿੰਡ ਬਿਜਲੀ ਆਈ। ਮਾਸਟਰ ਸੁਰਜੀਤ ਸਿੰਘ ਖੇਮ ਕਰਨ ਦੇ ਸਨ। ਮੈਂ ਉਹਨਾਂ ਕੋਲ ਪੜ੍ਹਦਾ ਰਿਹਾ, ਜੈਬ ਸਿੰਘ ਦੇ ਭਰਾ। ਉਹਨਾਂ ਦੇ ਭਣਵਈਏ ਇਕਬਾਲ ਸਿੰਘ ਨੇ ਸਾਡੇ ਘਰ ਵਾਇਰਿੰਗ ਕੀਤੀ, ਪਰ ਉਹਦੇ ਤੋਂ ਪਹਿਲਾਂ ਮੈਂ ਚੌਥੀ ਜਮਾਤ ਤੱਕ ਦੀਵੇ ਦੀ ਲਾਟ ਨਾਲ ਪੜ੍ਹਦਾ ਰਿਹਾ। ਮਿੱਟੀ ਦੇ ਤੇਲ ਦਾ ਦੀਵਾ, ਔਰ ਇਸੇ ਤਰ੍ਹਾਂ ਮਿੱਟੀ ਦੇ ਤੇਲ ਦੀ ਲੈਂਪ। ਉਦੋਂ ਉਹ ਚਾਨਣ ਕਰਦੇ ਸਨ, ਪਰ ਗੁਰਮੁਖ ਹੁਣ ਬਿਜਲੀ ਆ ਗਈ ਤੇ ਆਪਾਂ ਮਿੱਟੀ ਦੇ ਤੇਲ ਦੇ ਕਦੇ ਦੀਵੇ ਜਗਾਵਾਂਗੇ? ਇਹਦਾ ਮਤਲਬ ਇਹ ਨਹੀਂ ਕਿ ਉਹ ਦੀਵੇ ਮਾੜੇ ਸਨ। ਉਸ ਮੌਕੇ 'ਚ ਉਹਨਾਂ ਦੀਵਿਆਂ ਨਾਲ ਕੰਮ ਕਰਦਾ ਸੀ, ਉਦੋਂ ਬਿਜਲੀ ਨਹੀਂ ਸੀ ਚੱਲਦੀ। ਪਰ ਉਹਦੇ ਤੋਂ ਬਾਅਦ ਮੁੜ ਕੇ ਸਰੋਂ ਦੇ ਤੇਲ ਦੇ ਦੀਵੇ ਆ ਗਏ, ਮਿੱਟੀ ਦੇ ਤੇਲ ਦੇ ਦੀਵੇ ਆ ਗਏ। ਮੈਂ ਇਹ ਵੀ ਆਪਣੇ ਪਿੰਡ 'ਚ ਵੇਖਿਆ, ਮੈਨੂੰ ਸੰਭਾਲ ਹੈ। ਸਾਡੇ ਗੁਆਂਢ ਜੰਝ ਆਈ ਤੇ ਉਹਨਾਂ ਨੇ ਇੱਕ ਲੋਹੇ ਦੇ ਬਾਟੇ ਦੇ ਵਿੱਚ ਵੜੇਵੇਂ ਪਾ ਕੇ ਤੇ ਤੇਲ ਪਾ ਕਰਕੇ ਚੰਨ ਕੀਤਾ ਤਾਂ ਕਿ ਜਿਹੜੀ ਜਨ ਸੀ ਰੋਟੀ ਖਾ ਸਕੇ। ਮੈਂ ਇਹ ਸਭ ਕੁਝ ਵੇਖਿਆ ਹੀ ਨਾ ਅੱਖਾਂ ਨਾਲ। ਬਾਟੇ ਵਿੱਚ ਵੜੇਵੇਂ ਪਾਏ, ਮੁੜ ਕੇ ਤੇਲ ਪਾ ਕੇ ਉਹਨੂੰ ਕੰਧ ਤੇ ਰੱਖਿਆ ਤੇ ਜੰਝ ਨੂੰ ਰੋਟੀ ਖਵਾਈ। ਸਾਡੇ ਬਿਲਕੁਲ ਗੁਆਂਢ ਘਰ ਸੀ। ਪਰ ਹੁਣ ਤੁਸੀਂ ਦੱਸੋ ਵੀ ਕੋਈ ਵੜੇਵਿਆਂ ਨੂੰ ਅੱਗ ਲਾ ਕੇ ਚਾਨਣ ਕਰੇਗਾ? ਕੋਈ ਮਿੱਟੀ ਦੇ ਤੇਲ ਦੇ ਦੀਵੇ ਜਗਾਏਗਾ? ਜਦੋਂ ਬਿਜਲੀ ਆ ਗਈ, ਇਸ ਕਰਕੇ ਗੁਰਮੁਖੋ ਜਿਹੜੇ ਜ਼ਮਾਨੇ ਦੇ ਵਿੱਚ ਗੁਰਬਾਣੀ ਪ੍ਰਗਟ ਨਹੀਂ ਸੀ ਹੋਈ, ਉਦੋਂ ਉਹ ਬਹੁਤ ਆਪਣੀ ਥਾਂ ਤੇ ਮਹਾਨ ਸਨ। ਪਰ ਜਿਹੜੀ ਇਹ ਬਿਜਲੀ ਦਾ ਚਾਨਣ ਹੈ ਨਾ, ਇਹਨੂੰ ਆਪਣੇ ਘਰ 'ਚ ਲਿਆਉਣ ਵਾਸਤੇ ਸਾਨੂੰ ਕੁਝ ਖੇਚਲ ਕਰਨੀ ਪਏਗੀ। ਕਿਹੜੀ ਖੇਚਲ? ਜਿਵੇਂ ਆਪਣੀ ਬਿਜਲੀ ਦੇ ਪਿੱਛੇ ਘਰ ਨੇ, ਇਸੇ ਪ੍ਰਕਾਰ ਸਾਡਾ ਮੁੱਖ ਕੇਂਦਰ ਹਰਿਮੰਦਰ ਸਾਹਿਬ ਦੇ ਅਕਾਲ ਤਖਤ ਅੱਗੇ ਜਿਹੜੇ 4 ਧਾਮ ਨੇ, ਇਹ ਉਪ ਸਟੇਸ਼ਨ ਹਨ। ਜਿਹੜੇ ਸਾਡੇ ਪਿੰਡਾਂ ਦੇ ਗੁਰਦੁਆਰੇ ਨੇ, ਇਹ ਟਰਾਂਸਫਾਰਮਰ ਨੇ। ਸਾਡੇ ਟੈਂਪਨ ਟਰਾਂਸਫਾਰਮਰ ਤੇ ਬਿਜਲੀ ਆ ਜੀ, ਪਰ ਸਾਡੇ ਘਰ ਚਾਨਣ ਨਹੀਂ ਜਿਉਣਾ। ਚੰਨ ਉਦੋਂ ਆਵੇਗਾ ਜਦੋਂ ਅਸੀਂ ਅਪਲਾਈ ਕਰਾਂਗੇ, ਐਪਲੀਕੇਸ਼ਨ ਦਿਆਂਗੇ। ਇਸ ਪ੍ਰਕਾਰ ਅਸੀਂ ਗੁਰੂ ਅੱਗੇ ਅਰਦਾਸ ਕਰਨੀ ਤੇ ਗੁਰਮੁਖੋ ਸਾਡੇ ਅੰਦਰ ਗੁਰਬਾਣੀ ਦਾ ਚਾਨਣ ਆਏਗਾ। ਔਰ ਉਹ ਚਾਨਣ ਲੈਣ ਵਾਸਤੇ ਜਿਵੇਂ ਸਾਨੂੰ ਆਪਣੇ ਘਰ ਵਾਇਰਿੰਗ ਕਰਾਉਣੀ ਪੈਂਦੀ ਹੈ। ਵਾਇਰਿੰਗ ਕਿਹੜੀ ਕਰਾਉਣੀ? ਜਿਹੜਾ 5 ਪਿਆਰਿਆਂ ਰਾਹੀਂ ਗੁਰੂ ਕਾ ਅੰਮ੍ਰਿਤ ਛਕਣਾ। ਵਾਇਰਿੰਗ ਹੋ ਗਈ ਹੈ, ਸਵਿਚ ਲੱਗੇ ਨੇ, ਬਲਬ ਲੱਗੇ ਨੇ, ਤੇ ਆਪਾਂ ਇਹ ਵੀ ਵੇਖਦੇ ਹਾਂ ਜਦੋਂ ਆਪਾਂ ਸਵਿਚ ਨੂੰ ਨੀਵਾਂ ਕਰਦੇ, ਬੱਤੀ ਉਦੋਂ ਜਗਦੀ, ਪਹਿਲਾਂ ਨਹੀਂ ਜਗਦੀ, ਭਾਵੇਂ ਸਵਿਚ ਹੁੰਦਾ ਹੈ। ਇਸੇ ਪ੍ਰਕਾਰ ਗੁਰਮੁਖੋ ਇਸ ਗੁਰਬਾਣੀ ਦੇ ਚੰਨ ਨੂੰ ਲਿਆਉਣ ਵਾਸਤੇ ਅਸੀਂ ਅਰਦਾਸ ਵੀ ਕਰਦੇ ਹਾਂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪਤ ਕਰ ਆਖਾ ਆ ਵਾਹਿਗੁਰੂ। ਮਨ ਨੀਵਾਂ ਕਰਨਾ, ਇਹ ਸਵਿਚ ਆਨ ਕਰਨਾ। ਜਿਹੜਾ ਬਲਬ ਹੈ ਨਾ, ਉਹਦੇ 'ਚ ਖੜਾ ਹੁੰਦਾ, ਉਹਨੂੰ ਅੰਗਰੇਜ਼ੀ ਕਹਿੰਦੇ ਨੇ ਵੈਕਿਊਮ। ਇਹ ਸੰਤ ਕਰਤਾਰ ਸਿੰਘ ਨੇ ਸਾਨੂੰ ਪੜ੍ਹਾਇਆ ਤੇ ਸਾਨੂੰ ਲਿਖਾਇਆ ਵੀ।
ਜਿੰਨਾ ਚਿਰ ਬਲਬ ਦੇ ਵਿੱਚੋਂ ਹਵਾ ਨਹੀਂ ਨਿਕਲਦੀ ਉਹਨਾਂ ਚਿਰ ਜਗੇਗਾ ਨਹੀਂ। ਆਪਣਾ ਆਪਣੇ ਮਨ ਚੋਂ ਮੈਂ ਕੱਢ ਦਈਏ ਤੇ ਗੁਰਮੁਖੋ ਸਾਡੇ ਅੰਦਰ ਗੁਰਬਾਣੀ ਦਾ ਚੰਨ ਹੋਵੇਗਾ। ਇਸ ਕਰਕੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ। ਹੈ ਗੁਰੂ ਕੀ ਬਾਣੀ ਚਾਨਣ, ਪਰ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਇਹ ਜਗੇਗੀ। ਗੁਰਮੁਖੋ ਸਮਾਂ ਆਪਣੀ ਚਾਲ ਚੱਲਦਾ ਹੈ। ਸਾਡੇ ਧਰਮ ਗ੍ਰੰਥਾਂ ਦੇ ਮੁਤਾਬਕ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਵੀ ਜ਼ਿਕਰ ਕੀਤਾ। ਮੈਂ ਆਰੰਭ ਵਿੱਚ ਪੰਕਤੀਆਂ ਪੜ੍ਹੀਆਂ ਸਨ। ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਕ ਬਵਹਾਰੇ। ਇਹਦੀ ਇੱਕ ਦੇਸੀ ਤੇ ਜੜਕੀ ਸਿੱਧੀ ਉਦਾਹਰਨ ਕੀ ਹੈ? ਜਦੋਂ ਸਾਡੇ ਵਡੇਰਿਆਂ ਨੇ ਮੁਕਤਸਰ ਸਾਹਿਬ ਦਾ ਜੰਗ ਲੜਿਆ ਨਾ, ਉਦੋਂ ਉੱਥੇ ਪਾਣੀ ਨਹੀਂ ਸੀ ਹੁੰਦਾ। 3 ਢਾਬਾਂ ਸਨ, ਇੱਕ ਖਦਰਾਣੇ ਦੀ, ਇੱਕ ਧਗਾਣੇ ਦੀ, ਇੱਕ ਰੁਪਾਣੇ ਦੀ। ਅੱਜ ਗੁਰਮੁਖੋ ਜਿੰਨਾ ਸਲਾਬਾ ਮੁਕਤਸਰ ਦੇ ਇਲਾਕੇ 'ਚ ਉਹਨਾਂ ਕਿਤੇ ਨਹੀਂ। ਅੱਜ ਤੋਂ 300 ਸਾਲ ਪਹਿਲਾਂ ਉੱਥੇ ਖੁਸ਼ਕੀ, ਅੱਜ ਪਾਣੀ ਹੀ ਪਾਣੀ। ਆ ਕਾਲੀਆ ਸੰਗਤਰਾ ਆਪਣੇ ਲਾਗੇ ਪਿੰਡ ਹੈ। ਮੇਰੇ ਬਾਪ ਦੇ ਨਾਨਕੇ ਉਸ ਪਿੰਡ ਵਿੱਚ ਉੱਥੇ ਰੋਹੀ ਵਗਦੀ ਹੈ। ਮੈਂ ਆਪਣੇ ਬਚਪਨ ਵਿੱਚ ਵੇਖਿਆ ਵੀ ਜਦੋਂ ਅਸੀਂ ਉੱਥੇ ਜਾਣਾ ਨਾ ਖੇਡਣ ਲਈ, ਤੇ ਪਾਣੀ ਸੁੱਕਾ ਹੋਣਾ ਤੇ ਰੇਤ ਨੂੰ ਪਾਸੇ ਕਰਕੇ ਮੁੜ ਕੇ 2 ਮਿੰਟਾਂ ਤੋਂ ਬਾਅਦ ਪਾਣੀ ਪੀ ਲੈਣਾ, ਪਾਣੀ ਤਾਂ ਆ ਜਾਣਾ। ਮੈਂ ਅੱਖਾਂ ਨਾਲ ਵੇਖਿਆ ਜੇ। ਅੱਜ ਸਾਡੇ ਕਿੰਨਾ ਡੂੰਘਾ ਪਾਣੀ ਚਲਾ ਗਿਆ। ਇਹ ਕੁਦਰਤ ਦਾ ਨਿਯਮ ਹੈ। ਸੁਬਹ ਹੋਤੀ ਹੈ, ਸ਼ਾਮ ਹੋਤੀ ਹੈ, यूं ही जिंदगी तमाम होती है। कदे दिन चढ़िया, कदे रात पै गई, जिन्हों अंग्रेजी में कहते चेंज इज द लॉ ऑफ नेचर। तब्दीली कुदरत का असूल है। दसम पातशाह महाराज ने ते होर महापुरुषों ने जिक्र किया ਵੱਖ-ਵੱਖ ग्रंथों के विच, राजे रग दे कर राजा अज पैदा होया, अज दे कर दशरथ पैदा होया, ਤੇ ਦਸ਼ਰਥ ਦੇ ਘਰ ਰਾਮ ਪੈਦਾ ਹੋਇਆ। ਇਹਦੇ ਨਾਲ ਮੈਂ ਇੱਕ ਗੱਲ ਮੇਰੇ ਸਾਹਮਣੇ ਹੈ ਤਾਂ ਵਾਧੂ ਪਰ ਬੜੀ ਜ਼ਰੂਰੀ ਮੈਂ ਕਹਿਣ ਲੱਗਾ। ਪਰਸੋਂ ਚੌਥ ਮੈਨੂੰ ਕੁਝ ਗੁਰਮੁਖ ਪਿਆਰੇ ਮਿਲੇ, ਕਹਿਣ ਲੱਗੇ ਗਿਆਨੀ ਜੀ ਇਹ ਨਿੰਦਿਆ ਕਰਨ ਨਾਲ ਬੰਦੇ ਦਾ ਭਲਾ ਕੀ ਵਿਗੜ ਜਾਂਦਾ, ਤੁਸੀਂ ਕਹਿੰਦੇ ਨਿੰਦਿਆ ਨਾ ਕਰੋ। ਇਹ ਪਰਸੋਂ ਦੀ ਗੱਲ ਜੇ ਮੈਨੂੰ ਕਿਸੇ ਗੁਰਮੁਖ ਪਿਆਰੇ ਸਿਆਣੇ ਬਣੇ ਬੰਦਿਆਂ ਨੇ ਸਵਾਲ ਕੀਤਾ ਵੀ ਗਿਆਨੀ ਜਿਹਦੇ ਨਾਲ ਬੰਦਾ ਘਸ ਕੀ ਜਾਂਦਾ ਹੈ, ਇਹ ਕਿੱਡੀ ਕਮਾੜੀ ਹੈ। मैं उन्होंने गुरमुखों को गुरबाणी दी पंक्तियां पढ़ के दसियां। ये मेरे अंदर ख्याल तो है भी राजे दशरथ ते राजे अज तू मेरी मन रामचंद्र तू गल मेरे दिमाग च आई है। गुरु नानक पातशाह ने एक शब्द उचारिया सत करे पिंड विच, उथे लिखिया रोवे ऐज भीख्या खाए, ऐसी दरगे बड़े सजाए। बाणी कहती निंदा भली किसी की नाही, मनमुख मुग्ध करन, मूँह काले ते नंदकां, नरके घोर पवन। किसी की निंदिया ना कर। उथे जो जिक्र आता है, ये गुरु महाराज ने सत करा पिंड बिंट गमरी जिले में उथे ये शब्द उचारना किया। ये मैं उदा टू दी पॉइंट विचों लवां। महात्मा ते कपड़े पाटे ने ते राजा अज दान करता हुंदा सी, सवेरे लोड़वंदां नूं कपड़े देने, होर पदार्थ देने। राजा अज दान कर चुका तो एक महात्मा गया बेपरवाह सुभाਅ ਦਾ, ते कहते राजा मैनू 2 धोतियां चाहिए ने। राजा अज कह लगा बाबा जी तुसीं लेट हो गए, कल आ गए। तो बाबा सी मेरे वर्गा खुश्क सुभाਅ ਦਾ, कह लगा भी कल मैं बद्धा तेरा जो हैगा दे दे। राजा कह लगा भी नाले मंगदा ते नाले आकड़। कहता बाबा जी मैं हुण घोड़ियां दे तबेले च लिद लै जो, कहता लिद ही दे दिओ। मैं बेनती कर लगा निंदिया नहीं करनी किसी की, लिद ही लै लो। कहता राजा लिद ही दे देने, अपने परने च पवा ली। जिहड़ी मैं बेनती करा तुसीं कहना विग्यानी नूं दरबार साहब बुलाया सी अपने पिंड दा करके ते लिद की कथा ही सुना गया। क्यों कई सुभाव नुकता चनी अपने अपने जिहड़े नूं कदर घट करते, बगाने कदर करते। अपने फलाने का पोती है, उतों का डिगना नहीं पोता किस तरह के होगा ना। पर एक कुदरत का नियम है। अपने तो अपने लाभ नहीं उठा सकते, गैर लाभ लै जाते हैं।
बुलाया सी चेचे करके भी साडे पिंड दे ने ज्ञानी मंजी साहब वाले ते लिद दी कथा करके चला गया। ये इतिहास है। राजा सैर करन गया ते लिद दा ढेर लगा, कहंदा ये काहदे लई? कहण लगे राजा तेरा दिता दान वध आई, की बनेगा? कहण लगा सारी लिद खानी पैनी है। कहंदा बाबा चंगा मारिया इन्नी लिद ते इन्ना ढेर। महात्मा फिर भी दयालु हुंदे ने, कहंदे गुरमुखा लोकां कोल निंदिया करा। चला गया नगर विच, एक बीबी कोल गया जिन्होंने बेसवा कहंदे मैं तेनू धी करके जानदा, मैं मैड़ी निगाह नाल नहीं आया, पर मेरी मदद कर। कल नूं आपां नगर विच गेड़ा कढना, मैं मन करके तेनू धी जानदा, मेरा भला कर दे, मेरे नाल बह जी। ਜਦੋਂ ਗੇੜਾ ਲਾਇਆ ਤੇ ਲੋਕੀ ਕਹਿੰਦੇ ਧੌਲੀ ਦਾੜੀ ਕਰਤੂਤਾਂ ਵੇਖੋ, ਹੁਣ ਬੇਸਵਾ ਨਾਲ ਬਣਾਉਣ ਲੱਗ ਪਿਆ ਜੇ। ਗੇੜਾ ਕੱਢਿਆ, ਸਮਾਂ ਪਾਸ ਹੋਇਆ, ਮਹਾਤਮਾ ਕੋਲ ਗਿਆ ਤੇ ਉਹ ਲਿਦ ਖਤਮ, ਥੋੜੀ ਜਿਹੀ ਅਜੇ ਪਈ ਹੈ। ਕਹਿੰਦੇ ਗੁਰਮੁਖਾ ਤੇਰੀ ਬਾਕੀਆਂ ਨੇ ਮਦਦ ਕੀਤੀ, ਪਰ ਜਿਹੜੀ ਆਹ ਤੂੰ ਦਾਨ ਕੀਤੀ ਹੈ ਤੈਨੂੰ ਖਾਣੀ ਪਏਗੀ। ਉਹ ਲਿਦ ਦੀ ਝੋਲੀ ਪਵਾਈ। रोटी खाण तो बाद जिवें आपां कोई चूरन खांदे ने ना, अपने नौकरां नूं कहना भी मैनूं चुड़की दे दिया करो। उत्थे गुरु नानक पातशाह कहंदे रोवे ऐज सपीख्या खाए, ऐसी दरगे मिले सजाए। भलिया ये काम ना करिया कर। समय दा चक्कर। रामचंद्र महाराज दे घर दो बेटे पैदा होए और उन्होंने अपने नां ते नगर वसाए। लहू ने लाहौर वसाया, कुशू ने कसूर वसाया। ये आप सारे जानते हैं, जिहड़े समय दे नाल सगे हुंदे ने उस समय नाल शरीक बन जाते हैं। ये लफ्ज़ मैं आम कथा भी तकरीबन कहता रहना है। जे सगा शरीक बन जाए ये तो वड्डा वैरी कोई नहीं। शरीक सगे बन के रहन ते ये तो वड्डियां बाहां कोई नहीं। ये कुदरत का नियम है। जिवें परिवार विच पहलां कोला लागे लागे हुंदियां ने, मुड़ के दूरी वध जाती है, इसे प्रकार गुरमुखों इन्हां दा शरीका पै गया लहू ते कशू की औलाद का। एक वाल घूरियां वेख के वट के वेखते हैं। समय के चक्कर के नाल जिहड़ी कुशू की राज सी, उहदा मुखी सी काल केत। अजी ने जकारा छड़िया भरा की मेहरबानी, क्योंकि रागी सिंह तीन होंगे साह जाता है तो मैं कला उस भरा की मेहरबानी जिन्हें जकारा छड़ के मैं साह दवा दिता। बेशुक्रिया, मैं नाराज नहीं, महाराज भला करे। वह जिहड़ा काल केत सी ना, एक कशू की औलाद विचों सी। जिहड़ा काल राय सी ये लहू की औलाद विचों सी। गुरमुखो काल केत कुशू की औलाद ने लहू की औलाद नूं पिंडों कढ़ दिता। जबरदस्ती जबरदस्ती। मैं लफ्ज बार बार वरतदा शरीका ते सके। शरीका इन्ना चंद्रा हुंदा है। कौरव ते पांडव चाचे ताए दे पुत ने। कृष्ण महाराज इन्हां दे दुनियावी रिश्ते करके भणवैये लगते सन। माफ करना, शायद अर्जुन कृष्ण का भणवैया सी, रिश्तेदारी सी। इन्हां ने समझाया तो जिहड़े कौरव कहण लगे तू कहना पिंड दे थी सूई दे नक्के जिन्ना थां नहीं देना, जद के सारा ही छड्डना पैंदा है। बाणी च लिखा मेरी मेरी कैरों करते दुर्योधन से भाई, 12 योजन छत्र चले था देही गिज न खाई। ये अर्थ सानू संत करतार सिंह होरां पढ़ाए ने। खेम करन तो लैके बटाले तक जिहड़ा पैंडा ना, इन्नी दूरी तक उहदे नौकर उहदे सिर ते छतरियां ताण के खलोंदे सन। खेम करन तो बटाले की गिणती कर लो भी कितना लम्मी लैन लगती है। 12 योजन का इन्ना पैंडा बनता 72 मील। 72 मीलों तक छतरियां ताण के खलोंदे ने। जिदन मौतां होईयां गिलजां ने मास कादा संस्कार किसी नहीं जे कीता। पर मैं एक बहुत प्रबल लोग है। बाणी ताइयों तो सानू बार बार कहती जब लग मेरी मेरी करे तब लग काज एक नहीं सरे, जब मेरी मेरी मिट जाए तब प्रभ काज सवारे आए। जिन्ना चिर मेरी मेरी उन्ना चिर आपां बीमार हाँ।
ਮੇਰੀ ਮਰਗੇ ਤੰਦਰੁਸਤ। ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ। ਉਹਦਾ ਸਲੇਖ ਹੈ ਬੱਕਰੀ। ਭਾਈ ਗੁਰਦਾਸ ਜੀ ਲਿਖਦੇ ਨੇ, ਬੱਕਰੀਆਂ ਦੇ ਵਾੜੇ 'ਚ ਇੱਕ ਬੱਕਰੀ ਮੈਂ ਕਰਦੀ ਹੈ। ਬੱਕਰੀਆਂ ਨੂੰ ਕੱਟਣ ਵਾਲਾ ਕਸਾਈ ਆਇਆ ਤੇ ਕਹਿਣ ਲੱਗਾ ਪਹਿਲਾਂ ਆਹ ਫੜਾ ਦੇ, ਇਹ ਬੜਾ ਰੌਲਾ ਪਾਉਂਦੀ ਹੈ। ਬੱਕਰੀ ਦੀ ਖੱਲ ਆਈ, ਚਮੜੇ ਦੇ ਨਾਲ ਦਵਾਈ ਲਾ ਕਰਕੇ ਉਹਨੂੰ ਸਾਫ਼ ਕੀਤਾ। ਮੁੜ ਕੇ ਜੋੜੀ ਬਣੀ। ਜਦੋਂ ਜੋੜੀ ਬਣ ਕੇ ਮੜੀ ਗਈ ਤੇ ਜੋੜੀ ਵਾਲਾ ਬਾਬਾ ਰਾਗੀ ਜੀ ਨੂੰ ਕਹਿੰਦਾ, ਰਾਗੀ ਜੀ ਜਦੋਂ ਕੀਰਤਨ ਕਰੋਗੇ ਤੇ ਪਤਾ ਲੱਗ ਜਾਏਗਾ ਵੀ ਕਿੰਨੀ ਮਿਹਨਤ ਕੀਤੀ ਹੈ। ਜਿਹੜੀ ਮੈਂ ਬੱਕਰੀ ਕਰਦੀ ਸੀ ਨਾ, ਜਦੋਂ ਉਹਦਾ ਖਾਲਾ ਕਰਕੇ ਜੋੜੀ ਬਣੀ, ਗੁਰੂ ਕੇ ਰਾਗੀ ਸਿੰਘ ਦਰਬਾਰ ਵਿੱਚ ਲੈ ਕੇ ਆਏ। ਕਦੇ ਆਪਾਂ ਆਖਿਆ ਵੀ ਰਾਗੀ ਜੀ ਹੱਥ ਧੋ ਲਓ, ਤੁਹਾਡੇ ਹੱਥ ਝੂਠੇ ਨੇ? ਕਦੇ ਨਹੀਂ ਆਖਿਆ। ਕਿਉਂ? ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਝੂਠੇ ਆ, ਜਦੋਂ ਤੂੰ ਆ ਗਏ ਉਦੋਂ ਸੱਚੇ ਹੋ ਜਾਾਂਗੇ। ਉਹ ਗੁਰਮੁਖ ਪਿਆਰੇ ਗੁਰੂ ਕੇ ਰਾਗੀ ਸਿੰਘ ਨਾਲ ਇੱਕ ਕੀਰਤਨ ਕਰਦੇ ਨੇ। ਮੁੜ ਕੇ ਆਪਾਂ ਕਹਿੰਦੇ ਬਾਬਾ ਜੀ ਪ੍ਰਸ਼ਾਦ ਵੀ ਵਰਤਾ ਦਿਓ, ਤੇ ਆਪਾਂ ਕਦੇ ਆਖਿਆ ਹੱਥ ਧੋ ਲਓ? ਕਿਉਂ ਨਹੀਂ ਹੱਥ ਧੋਣੇ? ਕਿਉਂਕਿ ਗੁਰੂ ਦਾ ਨਾਮ ਲੈਣ ਕਰਕੇ ਉਹਨਾਂ ਦਾ ਸਾਰਾ ਸਰੀਰ ਹੀ ਪਵਿੱਤਰ ਹੈ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਆਪਾਂ ਝੂਠੇ ਆ, ਜਦੋਂ ਮੈਂ ਮਰ ਗਈ ਉਦੋਂ ਸੱਚੇ ਹੋ ਜਾਾਂਗੇ। ਮੈਂ ਦਾ ਰੋਗ ਜਿਹੜੇ ਸਕੇ ਸਾਨਾ ਕਾਲ ਕੇਤ ਹਰੀ, ਉਹਨਾਂ ਨੇ ਕਾਲ ਰਾਏ ਨੂੰ ਲਾਹੌਰੋਂ ਕੱਢ ਦਿੱਤਾ ਵੀ ਮਿੱਤਰੋ ਅਸੀਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ। ਚਲੇ ਗਏ ਵਿਚਾਰੇ। ਜੋ ਗ੍ਰੰਥਾਂ 'ਚ ਲਿਖਿਆ, ਕੋਈ ਸਨੌੜ ਦੇਸ਼ ਜਿਵੇਂ ਇਲਾਕੇ ਦੇ ਵੱਖ-ਵੱਖ ਨਾਮ ਦੇ, ਪੰਜਾਬ 'ਚ ਆਪਾਂ ਮਾਝਾ, ਮਾਲਵਾ, ਦੁਆਬਾ ਕਹਿੰਦੇ ਆ, ਇਸੇ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਵੀ ਸਨੌੜ ਇਲਾਕਾ ਸੀ। ਉਸ ਥਾਂ ਤੇ ਜਾ ਕੇ ਕਾਲ ਰਾਏ ਨੇ ਆਪਣਾ ਵਿਸਰਾਮ ਕੀਤਾ। ਅੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਖਾਨਦਾਨ ਵੇਹਦੇ ਸਨ, ਰਿਸ਼ਤਾ ਕਰਨ ਲੱਗੇ। ਖਾਨਦਾਨ, ਹੁਣ ਆਪਾਂ ਖਾਨਦਾਨ ਛੱਡ ਦਿੱਤਾ ਹੈ। ਮੇਰੀ ਗੱਲ ਤੇ ਗੁੱਸਾ ਨਾ ਕਰਨਾ, ਮੈਂ ਹੱਥ ਉੜ ਕੇ ਕਹਿਣ ਲੱਗਾ, ਹੁਣ ਸਾਨੂੰ ਪਤਾ ਲੱਗੇ ਕਿ ਸਾਡੇ ਕਾਕੇ ਨੂੰ ਰਿਸ਼ਤਾ ਆਉਂਦਾ ਤੇ ਕੁੜੀ ਦਾ ਭਰਾ ਕੋਈ ਨਹੀਂ, 13 ਕਿੱਲੇ ਪੈਲੀ ਆਉਂਦੀ, ਪਰ ਕੁੜੀ ਲੰਗ ਮਾਰਦੀ ਹੈ। ਆਪਾਂ ਕਹਿੰਦੇ ਫੇਰ ਕੀ ਹੋਇਆ, ਸਾਡੀ ਧੀ ਹੈ ਤੇ ਰਿਸ਼ਤਾ ਕਰ। ਅਸੀਂ ਲੜਕੇ ਨਾਲ ਰਿਸ਼ਤਾ ਨਹੀਂ ਕੀਤਾ, 13 ਕਿੱਲਿਆਂ ਨਾਲ ਕੀਤਾ ਹੈ। ਪਰ ਮਿੱਤਰਾ ਤੇਰੀ ਸੋਚ ਸਿੱਖਾਂ ਵਾਲੀ ਨਹੀਂ। ਰੱਬ ਨਾ ਕਰੇ ਤੇਰਾ ਪੁੱਤ ਮਰ ਜਾਏ, ਤੂੰ ਕੀ ਸੋਚੇਗਾ? ਆਪਾਂ ਕਹਿੰਦੇ ਕੁੜੀ ਨੂੰ ਇੰਨੀ ਪੈਲੀ ਆਉਂਦੀ ਹੈ, ਕੁੜੀ ਨੂੰ ਇੰਨੀ ਜਾਇਦਾਦ ਆਉਂਦੀ ਹੈ। ਸਾਡੇ ਬਜ਼ੁਰਗਾਂ ਵਿੱਚ ਇੱਕ ਰੀਤੀ ਨਹੀਂ ਸੀ। ਉਦੋਂ ਖਾਨਦਾਨ ਵੇਹਦੇ ਸਨ। ਖਾਨਦਾਨ ਇਹ ਉਜੜ ਕੇ ਚਲੇ ਗਏ। ਲੇਕਿਨ ਸਨੌੜ ਦੇਸ਼ ਦੇ ਰਾਜੇ ਨੂੰ ਪਤਾ ਲੱਗਾ ਵੀ ਫਲਾਣੇ ਇਲਾਕੇ ਦਾ ਰਾਜਾ ਕਾਲ ਰਾਏ, ਉਹਨੇ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ। ਘਰੋਂ ਬਕਰਮ ਨੇ, ਲੇਕਿਨ ਖਾਨਦਾਨ ਵੇਖ ਕੇ ਉਹਨੇ ਰਿਸ਼ਤਾ ਕਰ ਦਿੱਤਾ। ਤੇ ਆਪਾਂ ਤਾਂ ਖਾਨਦਾਨ ਹੀ ਨਹੀਂ ਵੇਖਦੇ। ਸਾਨੂੰ ਇੱਥੋਂ ਤੱਕ ਆਪਾਂ ਨਿੱਘਰ ਗਏ ਹਾਂ, ਸਾਨੂੰ ਫੋਟੋ ਵਿਖਾਈ ਜਾਂਦੀ, ਭਾਈ ਸਾਹਿਬ ਆਹ ਮੁੰਡਾ ਕੈਨੇਡਾ ਚੋਂ ਲੜਕੀ ਦੀ ਮੰਗ ਕਰਦਾ ਤੇ ਇਹਨੇ MSc ਕੀਤੀ ਹੈ। ਉਹ ਕਹਿੰਦਾ ਵੀ ਕੁੜੀ ਮੂੰਹ ਮੱਥੇ ਲੱਗਦੀ ਹੋਵੇ ਤੇ ਤੁਹਾਡਾ ਕੀ ਇਰਾਦਾ, ਪਰ ਤੁਸੀਂ ਤਿਆਰ ਬੁਰ ਤਿਆਰ। ਕਹਿੰਦਾ ਕੋਈ ਗੱਲ ਨਹੀਂ, ਡੱਡੇ ਲੱਗਣੇ ਨੇ, ਹੌਲੀ ਹੌਲੀ ਕਾਕਾ ਰੱਖ ਲਏਗਾ। ਅਸੀਂ ਪੈਸਿਆਂ ਵਾਸਤੇ ਧਰਮ ਨੂੰ ਤਿਆਗ ਦਿੱਤਾ। ਗੁਰਸਿੱਖੋ, ਆਪਾਂ ਭਾਈ ਤਾਰੂ ਸਿੰਘ ਦੇ ਇਲਾਕੇ ਦੇ ਆ। ਭਾਈ ਤਾਰੂ ਸਿੰਘ ਨੇ ਖੋਪੜੀ ਤਾਂ ਤਿਆਗ ਦਿੱਤੀ, ਪਰ ਧਰਮ ਨਹੀਂ ਤਿਆਗਿਆ, ਪੈਸਾ ਪ੍ਰਵਾਨ ਨਹੀਂ ਕੀਤਾ। ਆਪਾਂ ਸ਼ਵੇਕ ਸਿੰਘ ਤੇ ਸ਼ਬਾਜ਼ ਸਿੰਘ ਦੀ ਔਲਾਦ ਆ। ਉਹਨਾਂ ਪੈਸੇ ਨੂੰ ਪ੍ਰੈਫਰੈਂਸ ਨਹੀਂ ਦਿੱਤੀ, ਉਹਨਾਂ ਧਰਮ ਨੂੰ ਪਹਿਲ ਦਿੱਤੀ। ਗੁਰੂ ਸਾਡੇ ਤੇ ਕਿਰਪਾ ਕਰੇ, ਅਸੀਂ ਧਰਮ ਨੂੰ ਕਿਤੇ ਸਮਝੀਏ ਤੇ ਧਰਮੀ ਬਣ ਜਾਈਏ। ਰਾਜੇ ਨੇ ਰਿਸ਼ਤਾ ਕਰ ਦਿੱਤਾ। ਉਸ ਕਾਲ ਰਾਏ ਦੇ ਘਰ ਸਨੌੜ ਦੇਸ਼ ਦੀ ਜਿਹੜੀ ਬੱਚੀ ਸੀ, ਕਾਲ ਰਾਏ ਦੀ ਧਰਮ ਪਤਨੀ, ਉਹਦੀ ਕੁੱਖ ਤੋਂ ਬੱਚੇ ਦਾ ਜਨਮ ਹੋਇਆ। ਉਹਦਾ ਨਾਮ ਉਹਨੇ ਰੱਖਿਆ ਸੋਢੀ ਰਾਏ, ਜਿੱਥੋਂ ਸੋਢੀ ਚੱਲੇ ਨੇ, ਕਿਉਂਕਿ ਇਹ ਸੋਢੀਆਂ ਦੀ ਜਗ੍ਹਾ ਨੇ। ਤੇ ਮੈਨੂੰ ਆਖਿਆ ਵੀ ਥੋੜਾ ਜਿਹਾ ਦੱਸਿਆ ਜੇ। ਉਹਦਾ ਨਾਮ ਸੋਢੀ ਰਾਏ ਰੱਖਿਆ। ਸਿਆਣਾ ਹੋਇਆ। ਨਾਨਕੇ ਕਹਿਣ ਲੱਗੇ ਤੂੰ ਸਾਡੀ ਭੂਆ ਦਾ ਪੁੱਤਰ। ਸਾਡੇ ਸਮਾਜ ਵਿੱਚ ਇੱਕ ਬਹੁਤ ਵੱਡੀ ਗੱਲ ਸੀ, ਹੁਣ ਤਾਂ ਆਪਾਂ ਸਾਰਾ ਛੱਡ ਹੀ ਗਏ ਹਾਂ। ਸਾਰਿਆਂ ਤੋਂ ਨਜ਼ਦੀਕੀ ਰਿਸ਼ਤਾ, ਤੂੰ ਕਿਹੜਾ ਮੇਰਾ ਮਾਮੇ ਦਾ ਪੁੱਤਰ ਹੈ। ਜਦੋਂ ਕਿਤੇ ਗੱਲਬਾਤ ਕਰਨੀ ਨਾ ਪਣਤ ਦੀ, ਤੇ ਸਾਡੀ ਬੋਲੀ ਸੀ ਉਹ ਕਿਹੜਾ ਮੇਰਾ ਮਾਮੇ ਦਾ ਪੁੱਤ। ਮਾਮੇ ਦਾ ਪੁੱਤ ਸਭ ਤੋਂ ਨਜ਼ਦੀਕੀ ਰਿਸ਼ਤਾ ਸਮਝਿਆ ਜਾਂਦਾ ਹੈ। ਮਾਮੇ ਦੇ ਪੁੱਤਰਾਂ ਨੇ
ਆਪਣੀ ਭੂਆ ਦੇ ਪੁੱਤ ਨੂੰ ਆਖਿਆ ਵੀ ਅਸੀਂ ਤੁਹਾਡੇ ਨਾਲ ਆ, ਚਲੋ। ਨਾਨਕਿਆਂ ਦੀ ਮੱਤ ਦੇ ਨਾਲ ਗੁਰਮੁਖੋ ਸੋਢੀ ਰਾਏ ਨੇ ਮੁੜ ਕੇ ਲਾਹੌਰ ਤੇ ਕਬਜ਼ਾ ਕਰ ਲਿਆ। ਜਦੋਂ ਉਹਨਾਂ ਕਬਜ਼ਾ ਕਰ ਲਿਆ ਨਾ, ਫਿਰ ਮੁੜ ਕੇ ਸ਼ਰੀਕਾਂ ਨੂੰ ਨਿਗਾਹ ਗਈ, ਉਹਨਾਂ ਨੇ ਫਿਰ ਕਸੂਰ ਤੇ ਹਮਲਾ ਬੋਲਿਆ। ਲਾਹੌਰ ਆਪਣਾ ਘਰ ਸੀ, ਉਹ ਖੋਇਆ। ਮੁੜ ਕੇ ਉਹਨਾਂ ਦੇ ਘਰ ਤੇ ਕਬਜ਼ਾ ਕੀਤਾ। ਜਿਨ੍ਹਾਂ ਨੇ ਕਦੇ ਇਹਨਾਂ ਨੂੰ ਘਰੋਂ ਕੱਢਿਆ ਸੀ, ਹੁਣ ਉਹਨਾਂ ਨੂੰ ਨਿਕਲਣਾ ਪਿਆ। ਇਹ ਗੱਲ ਯਾਦ ਰੱਖਣੀ, ਰੱਬ ਉਦੋਂ ਚੇਤੇ ਆਉਂਦਾ ਹੈ ਜਦੋਂ ਬੰਦੇ ਦੇ ਸਿਰ ਤੇ ਸੰਕਟ ਹੋਵੇ। ਤੁਲਸੀਦਾਸ ਨੇ ਰਮਾਇਣ ਦੇ ਵਿੱਚ ਇੱਕ ਬੜੀ ਸੁੰਦਰ ਪੰਕਤੀ ਲਿਖੀ ਹੈ। ਰਾਮਚਰਿਤਰ ਮਾਨਸ ਜਿਹੜਾ ਲਿਖਿਆ ਨਾ, ਰਮਾਇਣ ਜਿਹਨੂੰ ਆਪਾਂ ਆਮ ਕਹਿ ਦਿੰਦੇ ਹਾਂ, ਗ੍ਰੰਥ ਦਾ ਨਾਮ ਹੈ ਰਾਮਚਰਿਤਰ ਮਾਨਸ, ਲਿਖਿਆ ਜੇ ਤੁਲਸੀਦਾਸ ਨੇ। ਉਹ ਕਹਿੰਦਾ ਹੈ, ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ, ਜੋ ਸੁਖ ਮੈਂ ਸਿਮਰਨ ਕਰੇ ਦੁੱਖ ਨਾ ਕਾਹੂ ਹੋਏ। ਇਹਦਾ ਅਰਥ ਹੈ, ਦੁੱਖ ਦੇ ਮੌਕੇ ਸਾਰੇ ਰੱਬ ਨੂੰ ਚੇਤੇ ਕਰਦੇ ਆ, ਸੁੱਖ ਦੇ ਮੌਕੇ ਤੇ ਭੁੱਲ ਜਾਂਦੇ ਆ। ਤੇ ਤੁਲਸੀਦਾਸ ਕਹਿੰਦਾ, ਜੇ ਸੁੱਖ ਦੇ ਮੌਕੇ ਤੇ ਚੇਤੇ ਕਰੇ, ਦੁੱਖ ਆਉਂਦਾ ਹੀ ਨਹੀਂ। ਇਹ ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ। ਦੁੱਖ ਨੂੰ ਦਾਰੂ ਭਰਾਓ ਤਾਂ ਆਖਿਆ ਵੀ ਦੁੱਖ ਦੇ ਮੌਕੇ ਤੇ ਬੰਦੇ ਨੂੰ ਰੱਬ ਚੇਤੇ ਆ ਜਾਂਦਾ। ਸ਼ਰੀਕਾਂ ਨੇ ਘਰੋਂ ਕੱਢਿਆ ਤੇ ਗੁਰਮੁਖੋ ਕਾਂਚੀ ਚਲੇ ਗਏ ਵਿਦਿਆ ਪੜ੍ਹਨ ਲਈ। ਵਿਦਵਾਨ ਬਣੇ ਤੇ ਆਪਾਂ ਸਮਾਜ ਵਿੱਚ ਵੇਖਦੇ ਹਾਂ, ਜਿਹੜਾ ਚੰਗਾ ਹੋਵੇ ਨਾ ਉਹਨੂੰ ਆਪਾਂ ਕਹਿੰਦੇ ਮੇਰਾ ਆਪਣਾ ਹੈ, ਜਿਹੜਾ ਮਾੜਾ ਉਹਨੂੰ ਕਹਿੰਦੇ ਮੈਨੂੰ ਦੂਰੋਂ ਲੱਗਦਾ, ਮੈਨੂੰ ਦੂਰੋਂ ਲੱਗਦਾ ਹੈ। ਪਿੰਡ ਦੇ ਵਿੱਚ ਕੋਈ ਮਾੜਾ ਬੰਦਾ ਹੋਵੇ ਤਾਂ ਸਾਡਾ ਸਗਾ ਚਾਚਾ, ਤੇ ਉਹਨੂੰ ਕਹੀਏ ਵੀ ਤੇਰੇ ਚਾਚੇ ਨੇ ਆਹ ਕੰਮ ਕੀਤਾ, ਕਹਿਣ ਲੱਗਾ ਚਾਚਾ ਕਾਹਦਾ, ਦੂਰੋਂ ਹੈ। ਤੇ ਜੇ ਕੋਈ ਚੰਗਾ ਹੈ ਤੇ ਆਪਾਂ ਕਹਿੰਦੇ ਮੇਰਾ ਚਾਚਾ ਹੈ। ਮੈਂ ਵਿਦਾਂਤ ਵਿੱਚ ਸੰਤ ਬਾਬਾ ਕਰਤਾਰ ਸਿੰਘ ਕੋਲੋਂ ਇੱਕ ਪੰਕਤੀ ਪੜ੍ਹੀ। ਉਹਨਾਂ ਪੜ੍ਹਾਇਆ ਸੀ, ਮੂੜ ਪੂਜਨਿਜ ਧਾਮ ਮੈਂ, ਪੰਜ ਪੂਜਨਿਜ ਨਗਰ। ਪੰਜ ਪੂਜਨਿਜ ਧਾਮ ਮੈਂ, ਮੂੜ ਪੂਜਨਿਜ ਧਾਮ ਮੈਂ, ਪੰਜ ਪੂਜਨਿਕ ਨਗਰ। ਜਿਹੜਾ ਮੂਰਖ ਬੰਦਾ ਉਹਦੀ ਘਰ ਵਿੱਚ ਪੂਜਾ, ਜਿਹੜਾ ਪੰਜ ਉਹਦੀ ਨਗਰ ਵਿੱਚ ਪੂਜਾ। ਭੂ ਪੂਜਨਿਜ ਦੇਸ਼ ਮੈਂ, ਪੂਜਿਤ ਗੁਣੀ ਸਮਗਰ। ਮੂਰਖ ਬੰਦੇ ਦੀ ਘਰ ਵਿੱਚ ਪੂਜਾ। ਕਹਿੰਦਾ ਜੇ ਗੋਲੀਆਂ ਲਈ ਪੈਸੇ ਨਾ ਦਿੱਤੇ ਮੈਂ ਭਾਂਡੇ ਭੰਨ ਦਿਆਂਗਾ, ਮੈਂ ਟਰੈਕਟਰ ਨੂੰ ਅੱਗ ਲਾ ਦਿਆਂਗਾ, ਮੈਂ ਚਿੱਟਾ ਪੀਣਾ। ਕਹਿੰਦੇ ਦਫਾ ਹੋ ਜਾ, ਮਗਰੋਂ ਲੈ ਜਾ, ਟਰੈਕਟਰ ਨਾ ਫੂਕਦੀ। ਮੂਰਖ ਦੀ ਘਰ ਵਿੱਚ ਪੂਜਾ। ਜਿਹੜਾ ਪੰਜ ਸਿਆਣਾ ਪੁਰਖ ਹੈ, ਲੰਬਰਦਾਰ ਕਹਿ ਲਓ, ਸਰਪੰਚ ਕਹਿ ਲਓ, ਆਪਾਂ ਕਹਿੰਦੇ ਸਾਡੇ ਪਿੰਡ ਦਾ ਸਰਪੰਚ ਲੰਬਰਦਾਰ ਹੈ, ਉਹਦਾ ਨਗਰ ਵਿੱਚ ਸਤਿਕਾਰ। ਜਿਹੜਾ ਰਾਜਾ ਉਹਦੀ ਦੇਸ਼ ਵਿੱਚ ਪੂਜਾ। ਜਿਹੜਾ ਗੁਣੀ ਬੰਦਾ ਉਹਦੀ ਵਿਦੇਸ਼ਾਂ ਵਿੱਚ ਪੂਜਾ। ਜਿਵੇਂ ਆਪਾਂ ਸ਼ੇਕਸਪੀਅਰ ਨੂੰ ਅੱਜ ਵੀ ਪੜ੍ਹਦੇ ਹੋ, ਉਹ ਇੰਗਲੈਂਡ ਦਾ ਅੰਗਰੇਜ਼ ਸੀ, ਅਸੀਂ ਉਹਦੀਆਂ ਲਿਖਤਾਂ ਪੜ੍ਹਦੇ ਅੱਜ ਵੀ, ਸ਼ੇਕਸਪੀਅਰ। ਇਸੇ ਤਰ੍ਹਾਂ ਗੁਰਮੁਖੋਂ ਤੋਂ ਵਿਦਵਾਨ ਹੋ ਗਏ ਨਾ, ਫੇਰ ਖੂਨ ਪੰਘਰਿਆ। ਸੁਨੇਹਾ ਭੇਜਿਆ, ਆਪਣੇ ਹੁੰਦੇ ਨੇ। ਇੱਥੇ ਪੰਕਤੀਆਂ ਪੜ੍ਹੀਆਂ, ਬਲੱਡ ਇਜ ਥਿਕਰ ਦੈਨ ਵਾਟਰ। ਜਿਹੜਾ ਖੂਨ ਹੈ ਇਹ ਕਦੇ ਨਾ ਕਦੇ ਪੰਘਰ ਜਾਂਦਾ। ਸੁਨੇਹਾ ਭੇਜਿਆ, ਕਹਿੰਦੇ ਪਹਿਲੀਆਂ ਗੱਲਾਂ ਤੇ ਮਾਰੋ ਲਕੀਰ, ਤੁਸੀਂ ਵਿਦਵਾਨ ਹੋ, ਸਾਨੂੰ ਕਥਾ ਕਰਕੇ ਸੁਣਾਓ। ਜਿਹੜੀ ਮੈਂ ਬੇਨਤੀ ਕਰ ਰਿਹਾ, ਬਚਿੱਤਰ ਨਾਲ ਵੀ ਦਰਜ ਹੈ, ਕਲਗੀਧਰ ਪਾਤਸ਼ਾਹ ਦੀ ਲਿਖਤ। ਵਿਦਵਾਨ ਸਨ, ਉਹਨਾਂ ਕਥਾ ਕੀਤੀ। ਕਹਿੰਦੇ ਨੇ ਜਦੋਂ ਤਿੰਨਾਂ ਵੇਦਾਂ ਦੀ ਕਥਾ ਕੀਤੀ ਨਾ, ਤਿੰਨਾਂ ਵੇਦਾਂ ਦੀ, ਮਨ ਇੰਨਾ ਪੰਘਰਿਆ। ਕਹਿਣ ਲੱਗੇ ਮਿੱਤਰੋ, ਸਾਡਾ ਸੌਰ ਗਿਆ, ਅਸੀਂ ਕਥਾ ਦੀ ਭੇਟ ਤੁਹਾਨੂੰ ਰਾਜ ਭਾਗ ਦਿੱਤਾ। ਤੁਸੀਂ ਕਥਾ ਸੁਣਾਈ ਨਾ ਵੇਦਾਂ ਦੀ, ਤੁਹਾਨੂੰ ਰਾਜ ਭਾਗ ਦਿੱਤਾ। ਇਸ ਪ੍ਰਕਾਰ ਗੁਰਮੁਖੋ ਉਹੜੇ ਸੋਢੀ ਸਨ, ਉਹ ਵੇਦੀਆਂ ਨੂੰ ਰਾਜ ਭਾਗ ਦੇ ਕੇ ਚਲੇ ਗਏ। ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਦਾ ਜਿਹੜਾ ਜਨਮ ਸੀ, ਵੈਸੇ ਜਨਮ ਕਹਿਣਾ ਨਹੀਂ ਚਾਹੀਦਾ, ਪ੍ਰਕਾਸ਼ ਕਹਿਣਾ ਚਾਹੀਦਾ ਹੈ, ਇਹ ਚੂਨਾ ਮੰਡੀ ਵਿੱਚ ਹੋਇਆ। ਲੇਕਿਨ ਮੈਂ ਮਹਾਨ ਕੁਝ ਵਿੱਚ ਪੜ੍ਹਿਆ ਵੀ ਚੂਨਾ ਮੰਡੀ ਨੇ, ਇਹਨੂੰ ਚੂਨੀ ਮੰਡੀ ਕਹਿੰਦੇ ਨੇ। ਕਾਰਨ ਚੂਨੀ ਦਾ ਭਾਵ ਹੁੰਦਾ ਹੀਰਿਆਂ ਦੀਆਂ ਕਣੀਆਂ, ਜਿਵੇਂ ਚੌਲਾਂ ਦੀਆਂ ਕਣੀਆਂ ਹੁੰਦੀਆਂ ਨੇ। ਹੀਰਿਆਂ ਦੀਆਂ ਕਣੀਆਂ ਦਾ ਪਾਰ ਕਰਨ ਵਾਲੇ
ਹੋਣ ਕਰਕੇ ਇਸ ਜਗ੍ਹਾ ਨੂੰ ਕਹਿਣ ਲੱਗ ਪਏ ਚੂਨੀ ਮੰਡੀ। ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਤਬਦੀਲੀ ਕੁਦਰਤ ਦਾ ਅਸੂਲ ਹੈ। ਇਹਨਾਂ ਕੋਲ ਕੁਝ ਪਿੰਡ ਸਨ, ਹੌਲੀ ਹੌਲੀ ਜਿਵੇਂ ਆਪਣਾ ਪਰਿਵਾਰ ਵੱਧਦਾ, ਆਪਾਂ ਸਾਰੇ ਵਹਿੰਦੇ ਹਾਂ ਵੀ ਬੰਦੇ ਦੀ 50 ਕਿੱਲੇ ਪੈੜੀ ਤੇ ਇੱਕ ਕਾਕਾ, ਤੇ ਉਹ ਕਹਿੰਦਾ ਵੀ ਅਮੀਰ ਹੈ, ਜਿਹਦੇ 4 ਹੋ ਗਏ ਉਹਦੀ 13 ਕਿੱਲੇ ਪੈੜੀ ਵੰਡੀ, ਉਹ ਮਾੜਾ ਹੋ ਗਿਆ। ਜਿਹਦੀ ਜਾਇਦਾਦ ਵੰਡੀ ਗਈ ਉਹ ਮਾੜਾ ਹੋ ਗਿਆ, ਜਿਹਦੀ ਇਕੱਠੀ ਰਹੀ ਉਹ ਤਗੜਾ ਹੋ ਗਿਆ। ਆਪਾਂ ਘਰਾਂ ਵਿੱਚ ਬਹਿੰਦੇ ਹਾਂ, ਘਰਾਂ ਵਿੱਚ ਬਹਿੰਦੇ ਹਾਂ ਸਕਿਆਂ ਦਾ ਆਪਸ ਵਿੱਚ ਜਾਇਦਾਦ ਦਾ ਫਰਕ ਪੈ ਜਾਂਦਾ। ਗੁਰਮੁਖੋ ਜਿਹੜੇ ਕਦੇ ਹੀਰਿਆਂ ਦੀਆਂ ਕਣੀਆਂ ਦਾ ਪਾਰ ਕਰਦੇ ਸਨ, ਉਹ ਥਾਂ ਥਾਂ ਤੇ ਫਿਰਨ ਲੱਗੇ। ਰੱਬ ਦਾ ਭਾਣਾ ਉਸ ਹੀਰਿਆਂ ਦੇ ਵਪਾਰੀ ਬਾਬੇ ਹਰੀਦਾਸ ਦੇ ਘਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਹੋਇਆ। ਇਹ ਤੇ ਇੱਕ ਥੋੜ੍ਹਾ ਜਿਹਾ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਜੋ ਅਸੀਂ ਪ੍ਰਚਾਰ ਕਰਦੇ ਹਾਂ। ਆਮ ਕਰਕੇ ਸਾਡਾ ਪ੍ਰਚਾਰ ਹੈ ਵੀ ਗੁਰੂ ਰਾਮਦਾਸ ਦਾ ਨਾਂ ਪਹਿਲਾ ਜੇਠਾ ਹੈ। ਇਹ ਆਮ ਬੋਲਦੇ ਨੇ ਜੇਠਾ, ਪਰ ਠੀਕ ਨਹੀਂ। ਜੇਠੇ ਦਾ ਅਸਲੀ ਅਰਥ ਹੁੰਦਾ ਵੱਡਾ। ਸਾਡੀ ਪੰਜਾਬੀ ਬੋਲੀ 'ਚ ਸਾਡੇ ਧੀਆਂ ਪੁੱਤ ਹੁੰਦੇ ਨੇ ਨਾ, ਤੇ ਆਪਾਂ ਨੂੰ ਕੋ ਪਹਿਲੇ ਵੀ ਭਾਈ ਸਾਹਿਬ ਗਿਆਨੀ ਜੀ ਤੁਹਾਡੀ ਗੁੱਡੀ ਵੱਡੀ ਕਿ ਕਾਕਾ, ਆਪਾਂ ਕਹਿੰਦੇ ਸਾਡੀ ਗੁੱਡੀ ਜੇਠੀ ਹੈ, ਸਾਡਾ ਕਾਕਾ ਜੇਠਾ ਹੈ। ਗੁਰੂ ਰਾਮਦਾਸ ਦਾ ਨਾਮ ਜੇਠਾ ਨਹੀਂ, ਨਾਮ ਰਾਮਦਾਸ ਹੈ। ਸਬੂਤ ਇਹ ਹੈ ਕਿ ਇਹਨਾਂ ਦੀ ਭੈਣ ਦਾ ਨਾਮ ਰਾਮਦਾਸੀ ਸੀ, ਤੇ ਭੈਣਾਂ ਤੇ ਭਰਾਵਾਂ ਦੇ ਨਾਮ ਜੁੜਦੇ ਹੁੰਦੇ ਨੇ। ਭਰਾ ਦਾ ਨਾਮ ਜਗੀਰਾ ਤੇ ਭੈਣ ਦਾ ਨਾਮ ਜਗੀਰੋ। ਭਰਾ ਦਾ ਨਾਮ ਸ਼ਿੰਦਾ ਸਿੰਘ, ਭੈਣ ਦਾ ਨਾਮ ਸ਼ਿੰਦੋ, ਅਸੀਂ ਅੱਜ ਵੀ ਰੱਖਦੇ ਹਾਂ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਮ ਜੇਠਾ ਨਹੀਂ, ਭੈਣਾਂ ਭਰਾਵਾਂ 'ਚੋਂ ਵੱਡੇ ਹੋਣ ਕਰਕੇ ਜੇਠੇ ਤੇ ਨਾਮ ਰਾਮਦਾਸ ਹੈ। ਇੱਕ ਭੈਣ ਹੈ ਰਾਮਦਾਸੀ, ਇੱਕ ਭਰਾ ਹੈ ਗੁਰਦਿਆਲ। ਰੱਬ ਤੋਂ ਡਰੀਏ, ਪਤਾ ਨਹੀਂ ਕੀ ਕਰੇ। 7 ਸਾਲਾਂ ਦੀ ਉਮਰ 'ਚ ਗੁਰੂ ਰਾਮਦਾਸ ਦੇ ਮਾਤਾ ਤੇ ਪਿਤਾ ਰੱਬ ਨੂੰ ਪਿਆਰੇ ਹੋ ਗਏ। ਪਹਿਲਾਂ ਮਾਤਾ ਜੀ ਤੁਰੇ, ਮੁੜ ਕੇ ਪਿਤਾ ਜੀ ਤੁਰੇ। ਤੇ ਗੁਰਮੁਖੋ ਇੱਕ ਆਪਾਂ ਗੁਰਬਾਣੀ ਸ਼ਬਦ ਪੜ੍ਹਦੇ, ਇਹ ਪੱਲੇ ਬੰਨਿਆ ਜੇ, ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇਹ ਹੁਕਮਨਾਮਾ ਵੀ ਬਹੁਤ ਵੇਰਾ ਹੁੰਦਾ। ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਆਪਾਂ ਪਰਮੇਸ਼ਰ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜੇ ਆ ਜਾਈਏ ਤੇ ਆਪਾਂ ਨੂੰ ਦੁੱਖ ਹੈ ਹੀ ਕੋਈ ਨਹੀਂ। ਇਹਦੀ ਵਿਆਖਿਆ ਸਾਨੂੰ ਸੰਤ ਕਰਤਾਰ ਸਿੰਘ ਮਹਾਂਪੁਰਸ਼ਾਂ ਨੇ ਪੜ੍ਹਾਈ ਸੀ। ਇੱਕ ਗੱਭਰੂ ਸਤਸੰਗ ਕਰਨ ਜਾਂਦਾ, ਪਤਾ ਨਹੀਂ ਕਿੰਨਾ ਚਿਰ ਗਿਆ, ਰੱਬ ਦਾ ਭਾਣਾ ਕਿ ਰਸਤੇ ਵਿੱਚ ਕਿਤੇ ਚੋਰੀ ਹੋ ਕਿਸੇ ਦੇ ਘਰ। ਇਹ ਆਪਣੇ ਸੁਤੇ ਸੇ ਤੁਰਿਆ ਜਾ ਰਿਹਾ, ਚੋਰ ਦੌੜ ਗਏ, ਰੌਲਾ ਪਿਆ ਤੇ ਉਸ ਬੱਚੇ ਨੂੰ ਉਹਨਾਂ ਕਾਬੂ ਕਰ ਲਿਆ। ਕਹਿਣ ਲੱਗੇ ਵੀ ਚੋਰ ਹੈ। ਉਹ ਕਹਿਣ ਲੱਗਾ, ਮਿੱਤਰੋ ਮੈਂ ਤਾਂ ਸਤਸੰਗ 'ਚ ਜਾਣਾ, ਚੋਰੀ ਦਾ ਕੀ ਕੰਮ। ਉਹ ਮੁਲਾਜ਼ਮ ਕਹਿਣ ਲੱਗੇ, ਭਲਿਆ ਤੂੰ ਆਪਣੀ ਕੋਈ ਗਵਾਹੀ ਪੇਸ਼ ਕਰ, ਜਿਹੜਾ ਕਵੇ ਵੀ ਤੂੰ ਗੁਰਮੁਖ ਹੈ ਤੇ ਚੋਰ ਨਹੀਂ। ਕਹਿੰਦਾ ਜੀ ਮੈਂ ਸਤਸੰਗ ਕਰਨ ਜਾਣਾ। ਕਹਿੰਦੇ ਬਾਬੇ ਕੋਲੋਂ ਪੁੱਛ ਲੈਂਦੇ ਆ। ਜਾ ਕੇ ਬਾਬਾ ਜੀ ਨੂੰ ਪੁੱਛਿਆ ਤੇ ਕਹਿਣ ਲੱਗਾ, ਇੱਥੇ ਕਈ ਆਉਂਦੇ ਨੇ, ਕੋਈ ਚੰਗੇ ਮਾੜੇ, ਮੈਨੂੰ ਕੀ ਪਤਾ ਵੀ ਇਹ ਚੋਰ ਹੈ ਕਿ ਸਾਧ ਹੈ। ਮੁਲਾਜ਼ਮ ਕਹਿਣ ਲੱਗੇ, ਗੁਰਮੁਖਾ ਤੇਰਾ ਤਾਂ ਬਾਬਾ ਵੀ ਗਵਾਹੀ ਨਹੀਂ ਦਿੰਦਾ। ਜਾ ਕੇ ਘਰ ਪੁੱਛਿਆ ਤੇ ਘਰ ਵਾਲੇ ਕਹਿਣ ਲੱਗੇ, ਸਾਡੇ ਭਾਦਾ ਤਾਂ ਕਦੋਂ ਦਾ ਮਰਿਆ। ਜਿਹੜਾ ਰੱਬ ਦਾ ਨਾਂ ਲੈ ਨਾ, ਰੱਬ ਦਾ ਨਾਂ, ਉਹਨੂੰ ਸਾਰੇ ਕਹਿੰਦੇ ਘਰੋਂ ਮਰਿਆ। ਮੈਨੂੰ ਆਪਣੇ ਬਾਪ ਦੀ ਗੱਲ ਅੱਜ ਵੀ ਚੇਤੇ ਹੈ। ਮੇਰੀ ਮਾਂ ਨੇ ਮੈਨੂੰ ਸੰਥਿਆ ਕਰਾਉਣੀ ਤੇ ਮੈਂ ਚੁਬਾਰੇ ਵਿੱਚ ਜਾ ਕੇ ਉਹ ਸੰਥਿਆ ਪੜ੍ਹਨੀ ਬਾਣੀ ਦੀ, ਤੇ ਮੇਰੇ ਬਾਪ ਨੇ ਪੁੱਛਣਾ ਕਿੱਥੇ ਗਿਆ, ਤੇ ਮੇਰੀ ਮਾਂ ਨੇ ਆਲਾ ਟਾਲਾ ਕਰਕੇ ਕਹਿਣਾ ਵੀ ਕਿਤੇ ਖੇਡਣ ਗਿਆ। ਤੇ ਕਹਿਣ ਲੱਗਾ ਸਾਡੇ ਖਾਨਦਾਨ, ਮੇਰੇ ਪਿਓ ਦੇ ਲਫ਼ਜ਼ ਮੈਨੂੰ ਕਹਿਣ ਲੱਗਾ, ਸਾਡੇ ਖਾਨਦਾਨ ਵਿੱਚ ਕਦੇ ਗੁਰਦੁਆਰੇ ਕੋਈ ਨਹੀਂ ਸੀ ਗਿਆ, ਪਤਾ ਨਹੀਂ ਕਿੱਥੋਂ ਕੰਜਰ ਸਾਡੇ ਘਰ ਜੰਮ ਪਿਆ। ਇਹ ਮੇਰੀ ਅੱਡ ਬੀਤੀ ਜੇ। ਮੈਂ ਬਾਣੀ ਪੜ੍ਹਨੀ ਤੇ ਮੇਰੇ ਬਾਪ ਨੇ ਕਹਿਣਾ ਸਾਡੇ ਖਾਨਦਾਨ ਵਿੱਚ ਕਦੇ ਗੁਰਦੁਆਰੇ ਕੋਈ ਨਹੀਂ ਸੀ ਗਿਆ, ਇਹ ਪਤਾ ਨਹੀਂ ਕਿਹਦੇ ਤੇ ਗਿਆ, ਇਹਨੇ ਗੁਰਦੁਆਰੇ ਬਹਿਣਾ, ਸਾਡਾ ਨੱਕ ਵੱਢਣਾ। ਜਦੋਂ ਮੇਰੇ ਕੋਲ ਮੁੜ ਕੇ ਕੰਮ ਚੱਲ ਪਿਆ ਤੇ ਲੋਕਾਂ ਉਹਦੇ ਗੋਡੀਆਂ ਹੱਥ ਲਾਉਣਾ, ਮੈਂ ਕਿਹਾ ਬਾਪੂ ਹੁਣ ਕਿਵੇਂ, ਹੁਣ ਗੁਰਦੁਆਰੇ ਨਹੀਂ ਪੈਂਦਾ। ਮੈਂ ਕਹਿਣਾ ਦਫਾ ਕਰ ਪੁੱਤਰਾ ਪੁਰਾਣੀਆਂ ਗੱਲਾਂ। ਮੇਰੇ ਕਹਿਣ ਤੋਂ ਭਾਵ ਤੁਸੀਂ ਹੱਸੇ ਵੀ ਜੇ, ਮੇਰੀ ਹੱਡ ਬੀਤੀ ਵੀ ਹੈ। ਜਿਹੜਾ ਰੱਬ ਦਾ ਨਾਂ ਲੈਂਦਾ ਉਹਦਾ ਇਕੱਲਾ ਰੱਬ ਸਾਥ ਦਿੰਦਾ, ਬਾਕੀ ਸਾਰੇ ਸਾਥ ਛੱਡ ਦਿੰਦੇ ਨੇ। ਜਿਹੜਾ ਰੱਬ ਦਾ ਬਣ ਜਾਏ ਨਾ, ਇਹ ਵੱਖਰੀ ਗੱਲ। ਜਦੋਂ ਗੁੱਡੀ ਚੜੇ ਤੇ ਭੰਨ ਮੁੜ ਕੇ ਮੱਥਾ ਟੇਕਣ, ਉਦੋਂ ਸਾਰੇ ਸਾਥ ਛੱਡ ਦਿੰਦੇ ਨੇ। ਕਈ ਗੱਲਾਂ ਇਹੋ ਜਿਹੀ ਆਪਾਂ ਕਰਾਂਗੇ ਤੇ ਕਿਹਨੇ ਕਹਿਣਾ ਸ਼ਰੀਕ ਭੰਡਦਾ ਹੈ, ਪੜਦਾ ਠੀਕ ਹੈ। ਜਿਹੜਾ ਰੱਬ ਨਾਲ ਜੁੜਿਆ ਉਹਦਾ ਇਕੱਲਾ ਰੱਬ, ਉਹਦੇ ਸਾਥ ਛੱਡ ਜਾਂਦੇ ਨੇ।
ਮਾਂ ਪਿਓ ਕੋਲ ਗਏ, ਕਹਿੰਦੇ ਸਾਡੇ ਪਾਤਾ ਪਹਿਲਾਂ ਮਰਿਆ, ਕਿੰਨੀ ਕੁ ਕਮਾਈ ਕਰਦਾ ਹੈ? ਕਹਿਣ ਲੱਗੇ ਗੁਰਮੁਖਾ ਤੇਰੇ ਤਾਂ ਹੱਕ ਵਿੱਚ ਕੋਈ ਨਹੀਂ। ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ ਗੁਰਮੁਖੋ, ਮੈਨੂੰ ਪੰਡਤਾਂ ਨੇ ਦੱਸਿਆ ਵੀ ਤੇਰੀ ਘਰ ਔਲਾਦ ਨਹੀਂ, ਕਿਸੇ ਦੀ ਮੰਗਲਵਾਰ ਬਲੀ ਦਿਓ, ਹੋ ਸਕਦਾ ਬੱਚਾ ਹੋ ਜਾਏ। ਮੰਗਲਵਾਰ ਦਾ ਦਿਨ ਆਇਆ, ਮੈਂ ਟਾਈਮ ਨਹੀਂ ਜੇ ਪਾਸ ਕਰਿਆ ਵੀ ਤੁਸੀਂ ਕਹਿਣਾ ਵਿਗਿਆਨੀ ਟੋੜ ਕੇ ਚੜਾ ਗਿਆ। ਇਹ ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇਹ ਸਾਨੂੰ ਟਕਸਾਲਾਂ ਵਿੱਚ ਇਹਦੀ ਵਿਆਖਿਆ ਇਹ ਪੜ੍ਹਾਈ ਹੈ ਮਹਾਂਪੁਰਸ਼ਾਂ ਨੇ। ਕਹਿਣ ਲੱਗੇ ਤੇਰੀ ਅੰਤਮ ਖਾਸ਼, ਕਹਿਣ ਲੱਗਾ ਮੇਰੀ ਅੰਤਮ ਖਾਸ਼ ਹੈ, ਮੈਨੂੰ ਇੱਕ ਵਾਰ ਇਸ਼ਨਾਨ ਕਰਾ ਦਿਓ ਗੰਗਾ ਨਦੀ ਤੇ ਜਾ ਕੇ। ਇਸ਼ਨਾਨ ਪਾਨ ਕੀਤਾ। ਰਾਜੇ ਨੇ ਆਖਿਆ ਵੀ ਇਹਨੂੰ ਬਹੁਤਾ ਤਾੜਨਾ ਨਹੀਂ, ਕਿਉਂਕਿ ਮਾਰ ਤਾਂ ਦੇਣਾ ਤੇ ਇੱਕ ਸਖਤੀ ਕਾਹਦੀ। ਬੱਚਾ ਬਾਹਰ ਨਿਕਲਿਆ, ਉਹਨੇ 4 ਢੇਰੀਆਂ ਬਣਾਈਆਂ ਤੇ 3 ਢਾਹ ਕੇ ਕਹਿਣ ਲੱਗਾ ਮੈਨੂੰ ਲੈ ਚੱਲੋ। ਰਾਜੇ ਕੋਲ ਲੈ ਕੇ ਆਏ ਤੇ ਕਹਿਣ ਲੱਗੇ ਕੋਈ ਗੁਰਮੁਖੇ ਨੇ ਕੀ ਕੀਤਾ? ਕਾਕੇ ਨੇ ਕਹਿਣ ਲੱਗੇ ਜੀ ਸਾਨੂੰ ਹੋਰ ਤਾਂ ਕੋਈ ਪਤਾ ਨਹੀਂ, ਇਹਨੇ ਮਿੱਟੀ ਦੀਆਂ 4 ਢੇਰੀਆਂ ਬਣਾਈਆਂ ਸਨ, 3 ਢੇਰੀਆਂ ਢਾਹ ਦਿੱਤੀਆਂ ਨੇ। ਇਹਨੂੰ ਪੁੱਛੋ ਵੀ ਕਾਹਦੇ ਲਈ ਢਾਈਆਂ ਨੇ? ਕਹਿਣ ਲੱਗੇ ਰਾਜਨ, ਪਹਿਲੀ ਢੇਰੀ ਹੁੰਦੀ ਮਾਂ ਪਿਓ ਦੀ। ਧੀ ਪੁੱਤ ਕਿੱਡਾ ਵੀ ਮਾੜਾ ਹੋਵੇ ਨਾ, ਮਾਪੇ ਨਹੀਂ ਕਹਿੰਦੇ ਵੀ ਸਾਡਾ ਪੁੱਤ ਮਾੜਾ, ਭਾਵੇਂ ਲੰਗਾ ਲੂਲਾ ਵੀ ਹੋਵੇ, ਮਾਵਾਂ ਚੁੰਮਦੀਆਂ ਚੜਦੀਆਂ ਨੇ ਮੇਰਾ ਹੀਰਾ ਮੇਰੀ ਜਿੰਦ ਜਾਨ। ਮਮਤਾ ਇੰਨੀ ਪ੍ਰਬਲ ਹੈ ਸਾਰਿਆਂ ਉੱਪਰ। ਕਹਿਣ ਲੱਗਾ ਪਹਿਲੀ ਢੇਰੀ ਮਾਂ ਪਿਓ ਦੀ ਢਾਹ ਦਿੱਤੀ, ਜਿਹੜੇ ਕਹਿੰਦੇ ਸਾਡਾ ਲੱਗਦਾ ਕੱਖ ਨਹੀਂ। ਜਦੋਂ ਘਰੋਂ ਹੱਕ ਨਾ ਮਿਲੇ ਤੇ ਬੰਦਾ ਸਰਕਾਰੀ ਦਰਬਾਰੇ ਜਾ ਕੇ ਹੱਥ ਜੋੜਦਾ, ਜੀ ਮੇਰਾ ਹਿੱਸਾ ਦਵਾ ਦਿਓ, ਮੈਨੂੰ ਮਾਂ ਪਿਓ ਕੱਖ ਨਹੀਂ ਦਿੰਦਾ। ਪਹਿਲੀ ਢੇਰੀ ਮਾਂ ਪਿਓ ਦੀ ਢਾਈ, ਮੁੜ ਕੇ ਤੇਰੀ ਢਾਈ, ਕਿਉਂਕਿ ਅੱਜ ਤੂੰ ਮੈਨੂੰ ਝਟਕਾ ਦੇਣਾ, ਮਾਰ ਦੇਣਾ। ਤੀਜੀ ਢੇਰੀ ਮੈਂ ਦੇਵੀ ਮਾਤਾ ਦੀ ਝਾੜ ਕੇ ਆਇਆ, ਕਿਉਂਕਿ ਤੂੰ ਕਹਿੰਦਾ ਮੈਂ ਅੱਜ ਇਹਨਾਂ ਨੂੰ ਮੰਦਿਰ ਵਿੱਚ ਬਲੀ ਦੇਣੀ ਹੈ। ਉਹਦੀ ਝਾਕ ਵੀ ਲੈ ਗਈ, ਪਰ ਅਜੇ ਇੱਕ ਢੇਰੀ ਹੈ ਰੱਬ ਦੀ ਢੇਰੀ, ਉਹ ਅੰਤਮ ਸਮੇਂ ਤੱਕ ਬਹੁੜਦਾ ਹੈ। ਰਾਜਾ ਕਹਿਣ ਲੱਗਾ ਵੀ ਐਡਾ ਨੇਕ ਬੱਚਾ ਮੇਰੇ ਘਰ ਪਤਾ ਨਹੀਂ ਹੋਵੇ ਕਿ ਨਾ ਹੋਵੇ, ਮੈਂ ਇਹਨੂੰ ਪੁੱਤ ਸਲੀਮ ਕਰਦਾ। ਆਪਾਂ ਗੁਰੂ ਕੇ ਸੇਖੇ ਸ਼ਬਦ ਪੜ੍ਹਦੇ ਹਾਂ, ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮੋ ਲੱਗੇ ਨਾ ਤਤੀ ਵਾਓ। ਜੇ ਕਿਤੇ ਉਸ ਮੌਕੇ ਵੀ ਸਾਨੂੰ ਪਰਮਾਤਮਾ ਚੇਤੇ ਆ ਜੇ ਤੇ ਭਲਿਓ, ਤਤੀ ਆਵਾਜ਼ ਲੱਗਦੀ ਪਰ ਚੇਤੇ ਆਉਂਦਾ ਨਹੀਂ। ਉਹ ਸੋਢੀ ਸੁਲਤਾਨ ਜੀ ਦੇ ਬਾਰੇ ਆਪਾਂ ਪੜ੍ਹਦੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅਮਰ ਸਰਵੇ ਜੋ ਜਗਾਵੇ। ਉਸ ਗੁਰੂ ਰਾਮਦਾਸ ਦੀ ਕਥਾ ਜੇ 7 ਸਾਲ ਦੀ ਉਮਰ ਤੱਕ ਮਾਂ ਪਿਓ ਰੱਬ ਨੂੰ ਪਿਆਰੇ ਹੋ ਗਏ। ਜਿਹੜੇ ਸ਼ਰੀਕ ਨੇ ਨਾ, ਉਹ ਹੁਣ ਅੱਖਾਂ ਨਹੀਂ ਮਿਲਾਉਂਦੇ। ਦਾਦਕਿਆਂ ਤੋਂ ਬਾਅਦ ਰਿਸ਼ਤਾ ਹੁੰਦਾ ਨਾਨਕਿਆਂ ਦਾ। ਆਪਾਂ ਨਾਨੀਆਂ ਵੇਖਦੇ ਹਾਂ, ਸਾਦੀ ਜੀ ਗੱਲ ਜੇ ਕਿਤੇ ਨੋਟ ਕਰਨਾ, 2 ਤਰ੍ਹਾਂ ਆਇਆ ਉਹਨਾਂ 2 ਤਰ੍ਹਾਂ ਤੇ ਪੋਤੇ ਬੈਠੇ ਹੋਣ, ਤੇ ਨਾਨੀ ਜੇ ਭੋਰਾ ਘਿਓ ਪਾਵੇਗੀ ਦੋਤੇ ਨੂੰ ਵੱਧ ਪਾਵੇਗੀ। ਇਹ ਮੇਰੀ ਆਪਣੀ ਜੱਜਮੈਂਟ ਹੈ ਕਿ ਸਾਡੇ ਘਰ ਪ੍ਰਾਹੁਣਾ ਆਇਆ 2 ਤਰਬਾਨ, ਭਾਵੇਂ ਪੁੱਤ ਨੇ ਮੁੜ ਕੇ ਅੱਗ ਲਾਉਣੀ ਤੇ ਛੁਹਾਰੇ ਤੇ ਮੱਖਣ ਤੇ ਪੋਤੇ ਨੇ ਸੁੱਟਣੇ ਨੇ। ਜਦੋਂ ਦਾਦੀ ਮਰਦੀ ਹੈ ਨਾ, ਉਦੋਂ ਛੁਹਾਰੇ ਤੇ ਮਖਾਣੇ ਪੋਤਾ ਸੁੱਟਦਾ, ਦੋਹਤਾ ਨਹੀਂ ਸੁੱਟਦਾ। ਵਿੱਚੋਂ ਗੱਲ ਆ ਗਈ। ਹੋਇਆ ਕੀ, ਨਾਨੀ ਗਈ ਪਰ ਸਕਿਆਂ ਦੀਆਂ ਅੱਖਾਂ ਬਦਲੀਆਂ ਨੇ। ਨਾਨੀ ਆਪਣੇ ਦੋਹਤੇ ਨੂੰ ਨਾਲ ਲੈ ਕੇ ਤੇ ਕਿ ਬਾਸਰ ਕੇ ਨਗਰ ਆ ਗਈ। ਜਦੋਂ ਕੁੰਡਾ ਖੜਕਾਇਆ ਨਾ, ਜਦੋਂ ਮੈਂ ਇਹ ਗੱਲ ਕਹਿਣਾ ਮੇਰਾ ਕਾਲਜਾ ਭਰਦਾ ਹੈ। ਮਸਕੀਨ ਸਾਹਿਬ ਹਰ ਸਾਲ ਮੰਜੀ ਸਾਹਿਬ ਇਹ ਗੱਲ ਕਹਿ ਕੇ ਜਾਂਦੇ ਸਨ। ਲੰਮਾ ਸਮਾਂ ਉਹਨਾਂ ਕਥਾ ਕੀਤੀ ਤੇ ਆਉਣਾ, ਹਰ ਸਾਲ ਉਹਨਾਂ ਨੇ ਪ੍ਰਸੰਗ ਸੁਣਾਉਣਾ, ਮਨ ਪਾੜ ਜਾਂਦਾ ਸੀ। ਗੁਰੂ ਰਾਮਦਾਸ ਦੀਆਂ ਮਾਮੀਆਂ ਕਹਿਣ ਲੱਗੀਆਂ, ਬੇਬੇ ਤੂੰ ਘਰ ਦੀ ਮਾਲਕ ਹੈ, ਤੂੰ ਜੰਮ ਜੰਮ ਮੰਜੇ ਤੇ ਬਹਿ ਕੇ ਖਾ। ਲੇਕਿਨ ਜਿਹੜੇ ਮਾਂ ਪਿਓ ਨੂੰ ਖਾ ਗਏ, ਅਸੀਂ ਦੋਹਤਿਆਂ ਦੇ ਦੋਹਤਿਆਂ ਰੋਟੀ ਨੂੰ ਦੇਣੀ। ਜਿਹੜੇ ਮਾਂ ਪਿਓ ਨੂੰ ਖਾ, ਕੱਲ ਮਾਮੇ ਤੇ ਮਾਮੀਆਂ ਵੀ ਖਾ ਲੈਣਗੇ। ਲਫ਼ਜ਼ ਬੜਾ ਕੌੜਾ ਮੇਰੀ ਜ਼ਬਾਨ ਅਲਾਓ ਨਹੀਂ ਕਰਦੇ, ਜਿਹਨੂੰ ਕਹਿੰਦੇ ਕੜਮਾ। ਕਹਿਣ ਲੱਗੇ ਇਹ ਮਾਪਿਆਂ ਤੇ ਭਾਰੀ ਨੇ। ਮਾਮੀਆਂ ਨੇ ਬੂਹਾ ਫੋਰ ਫੇਰ ਲਿਆ। ਗੁਰਮੁਖੋ ਰੱਬ ਨੂੰ ਚੇਤੇ ਕਰੀਏ। ਜਿਹੜੇ ਗੁਰੂ ਰਾਮਦਾਸ ਨੂੰ ਰੋਟੀ ਦੇਣ ਤੋਂ ਮਾਮੀਆਂ ਨੇ ਬੂਹਾ ਬੰਦ ਕੀਤਾ,
ਅੱਜ ਉਸ ਗੁਰੂ ਰਾਮਦਾਸ ਦੇ ਲੰਗਰ ਚੋਂ 1 ਲੱਖ ਬੰਦਾ ਰੋਟੀ ਖਾ ਕੇ ਜਾਂਦਾ ਹੈ। ਮਾਮੀਆਂ ਦੇ ਬੂਹੇ ਬੰਦ ਹੋ ਗਏ, ਪਰ ਗੁਰੂ ਰਾਮਦਾਸ ਦਾ ਲੰਗਰ ਕਿਸੇ ਮੌਕੇ ਬੰਦ ਨਹੀਂ ਹੁੰਦਾ। ਇਹ ਰੱਬ ਦੇ ਰੰਗ ਜੇ। ਇਹ ਲੰਗਰ ਕਿਉਂ ਖੁੱਲਾ? ਗਵਾਂਢ ਗੁਰੂ ਅਮਰਦਾਸ ਪਾਤਸ਼ਾਹ ਦਾ ਗਵਾਂਢ ਹੈ। ਲਫ਼ਜ਼ ਬੜਾ ਪਿਆਰਾ ਸਾਡੇ ਬਜ਼ੁਰਗਾਂ ਨੇ ਬਣਾਇਆ। ਪੰਜਾਬੀ ਚ ਆਪ ਆਮ ਕਹਿੰਦੇ ਸਾਂ ਕੁੜਮ ਕਪੱਤੇ ਹੋਣ ਤੇ ਕੋਈ ਗੱਲ ਨਹੀਂ, ਪਰ ਗਵਾਂਢ ਕਪੱਤਾ ਨਹੀਂ ਚਾਹੀਦਾ। ਜਿਹਨੂੰ ਸਿਆਣਿਆਂ ਨੇ ਲਿਖਿਆ ਹਮਸਾਏ ਮਾਂ ਪਿਓ ਜਾਏ। ਜਿਹੜੇ ਗਵਾਂਢੀ ਹੁੰਦੇ ਨੇ ਨਾ, ਇਹ ਸਕਿਆਂ ਦੇ ਨਾਲੋਂ ਨਜ਼ਦੀਕੀ ਹੁੰਦੇ, ਕਿਉਂਕਿ ਸਾਡੀ ਹਰ ਗੱਲ ਦਾ ਉਹਨਾਂ ਨੂੰ ਭੇਦ, ਸਾਡੇ ਦੁੱਖ ਸੁੱਖ ਦੇ ਸਾਥੀ ਗੁਰੂ ਰਾਮਦਾਸ ਦੇ ਨਾਨਕਿਆਂ ਦੇ ਗਵਾਂਢੀ ਨੇ। ਬਾਬਾ ਅਮਰਦਾਸ ਅਜੇ ਗੁਰੂ ਪਦਵੀ ਨਹੀਂ। ਭਾਬੀ ਦੀਆਂ ਅੱਖਾਂ ਭਰੀਆਂ ਨੇ ਗੁਰੂ ਰਾਮਦਾਸ ਦੀ ਨਾਨੀ ਦੀਆਂ। ਦਇਆ ਆਈ, ਕਹਿਣ ਲੱਗੇ ਭਾਬੀ ਸਾਡੀ ਭੈਣ ਤੇ ਭਣਵਈਆ ਤੁਰ ਗਏ। ਰੱਬ ਦੇ ਰੰਗ ਉਹ ਸਾਡੀ ਕੁਝ ਲੱਗਦੀ ਸੀ। ਗੁਰੂ ਰਾਮਦਾਸ ਦੀ ਮਾਤਾ ਦਾ ਨਾਮ ਹੈ ਦਇਆ ਕੌਰ, ਪਿਤਾ ਦਾ ਨਾਮ ਹੈ ਬਾਬਾ ਹਰਦਾਸ। ਕਹਿੰਦੇ ਭਾਬੀ ਜੇ ਦਇਆ ਕੌਰ ਤੁਰ ਗਈ, ਹਰਦਾਸ ਤੁਰ ਗਿਆ, ਅਸੀਂ ਵੀ ਕੁਝ ਲੱਗਦੀਆਂ ਸੀ ਨਹੀਂ ਗਏ। ਜਿੰਨਾ ਚਿਰ ਮੈਂ ਜਿਉਣਾ ਭਾਬੀ ਮੈਂ ਤੇਰੀ ਹਰ ਸੇਵਾ ਲਈ ਤਿਆਰ ਹਾਂ, ਪਰ ਆਪਣੇ ਮਨ ਨੂੰ ਭਰਨਾ। ਇਹ ਹੌਸਲਾ ਦਿੱਤਾ। ਜਿਹੜਾ ਹੌਸਲਾ ਨਾ, ਇਹਦੇ ਪਿੱਛੇ ਇੱਕ ਬਹੁਤ ਵੱਡਾ ਰਾਜ ਜੇ, ਬੜੀ ਤਾਕਤ ਜੇ। ਜਿਹੜਾ ਘੁਮਿਆਰ ਹੈ ਨਾ, ਜਦੋਂ ਭਾਂਡਿਆਂ ਨੂੰ ਘੜਦਾ ਹੈ, ਮੈਂ ਜਦੋਂ ਮ੍ਰਿਤਕ ਤੇ ਕਥਾ ਕਰਦਾ ਤੇ ਮੈਂ ਦ੍ਰਿਸ਼ਟਾਂਤ ਦਿੰਦਾ ਹੁੰਦਾ, ਭਾਂਡੇ ਤੇ ਸੱਟ ਮਾਰੀਏ ਨਾ, ਮਿੱਟੀ ਦਾ ਭਾਂਡਾ ਟੁੱਟ ਜਾਂਦਾ ਹੈ। ਲੇਕਿਨ ਜਦੋਂ ਘੁਮਿਆਰ ਭਾਂਡੇ ਘੜਦਾ ਹੈ, ਉਦੋਂ ਵਿਗਣ ਤੇ ਸੱਟਾਂ ਮਾਰਦਾ, ਪਰ ਭਾਂਡਾ ਟੁੱਟਦਾ ਨਹੀਂ। ਉਹਦਾ ਕਾਰਨ ਕਿ ਉਹ ਭਾਂਡੇ ਦੇ ਥੱਲੇ ਹੱਥ ਰੱਖਦਾ ਹੈ। ਉਤੋਂ ਸੱਟ, ਥੱਲਿਓਂ ਹੱਥ, ਉਸ ਹੱਥ ਕਰਕੇ ਭਾਂਡਾ ਨਹੀਂ ਟੁੱਟਦਾ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂ, ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂ, ਪਾਤਸ਼ਾਹ ਸਾਡੇ ਤੇ ਮਿਹਰ ਕਰੀ, ਸਾਨੂੰ ਸੱਟਾਂ ਤੋਂ ਬਚਾਈ। ਪਰ ਜੇ ਕਿਤੇ ਜ਼ਿੰਦਗੀ ਵਿੱਚ ਸੱਟ ਲਿਖੀ ਹੈ ਨਾ, ਸਾਡੇ ਥੱਲੇ ਹੱਥ ਰੱਖੀ, ਕਿਤੇ ਟੁੱਟ ਨਾ ਜਾਈਏ। ਮੈਂ ਗੁਰੂ ਕਾ ਗ੍ਰੰਥੀ ਹੋਣ ਦੇ ਨਾਤੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਪਾਤਸ਼ਾਹ ਸੱਟਾਂ ਤੋਂ ਬਚਣਾ ਬੜਾ ਔਖਾ ਹੈ, ਸੱਟਾਂ ਤੋਂ ਬਚਾਈ ਰੱਖੀ। ਪਰ ਜੇ ਕਿਤੇ ਜ਼ਿੰਦਗੀ ਵਿੱਚ ਸੱਟ ਲਿਖੀ ਹੈ ਤੇ ਥੱਲੇ ਹੱਥ ਰੱਖੀ, ਅਸੀਂ ਟੁੱਟ ਨਾ ਜਾਈਏ। ਰੱਬ ਨੇ ਸੱਟ ਮਾਰੀ, ਬਾਬੇ ਅਮਰਦਾਸ ਨੇ ਥੱਲੇ ਹੱਥ ਰੱਖਿਆ। ਉਹ ਸੋਢੀ ਖਾਨਦਾਨ ਦਾ ਰਾਮਦਾਸ ਦਾ ਦਿਲ ਟੁੱਟਾ ਨਾ। ਨਾਨਕਿਆਂ ਦੇ ਪਿੰਡ 9 ਸਾਲ ਮਨ ਨੂੰ ਗੁਰਮੁਖ ਕਾਲਜਾ ਪਾੜਦਾ ਹੈ। ਨਾਨਕਿਆਂ ਦਾ ਪਿੰਡ ਹੋਵੇ ਤੇ ਗੁਰੂ ਰਾਮਦਾਸ ਨੇ 9 ਸਾਲ ਆਪਣੇ ਨਾਨਕਿਆਂ ਦੇ ਪਿੰਡ ਘੁੰਗਣੀਆਂ ਵੇਚ ਕੇ ਆਪਣੀ ਭੈਣ ਤੇ ਭਰਾ ਨੂੰ ਪਾਲਿਆ। ਇਤਿਹਾਸ ਵਿੱਚ ਲਿਖਿਆ ਹੋਇਆ ਜੇ 9 ਸਾਲ ਚਲੇ ਗਏ। ਆਪਣੀ ਨਾਨੀ ਦੇ ਨਾਲ ਗੋਇੰਦਵਾਲ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮੇਰੇ ਨਾਲ ਭਾਵੇਂ ਛੋਟੇ ਨੇ, ਪਰ ਮੈਂ ਗੁਰਮਤਿ ਦੇ ਨਿਯਮ ਦੇ ਮੁਤਾਬਕ ਸਤਿਕਾਰ ਕਰਾਂ, ਕਿਉਂਕਿ ਗੁਰਮਤਿ ਦਾ ਅਸੂਲ ਹੈ ਸਤਿਕਾਰ ਵਾਸਤੇ ਜਕਾਰਾ ਬੁਲਾਓ। ਤੁਸੀਂ ਕਹਿਣਾ ਗੁਰੂ ਸਾਡੇ ਤੇ ਮਿਹਰ ਕਰੇ। ਚਲੇ ਗਏ। 18 ਸਾਲ ਦੀ ਉਮਰ ਹੋਈ, 18 ਸਾਲ ਦੀ। ਉਹ 18 ਸਾਲ ਦੀ ਉਮਰ ਦੇ ਵਿੱਚ ਇਤਿਹਾਸ ਪੜ੍ਹਨਾ ਮਾਤਾ ਭਾਨੀ ਜੀ ਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ 21 ਸਾਲ ਵਿੱਚ ਹੋਇਆ। ਬਿਲਕੁਲ ਹਾਣ ਪ੍ਰਵਾਨ ਸਨ, ਹਾਣ ਪ੍ਰਵਾਨ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਮਨਸਾ ਦੇਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬਾਰੇ ਗੱਲਾਂ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ, ਸਵਾਮੀ ਜੀ ਆਪਣੀ ਬੱਚੀ ਵਰਦੇ ਯੋਗ ਹੈ ਤੇ ਆਪਾਂ ਨੂੰ ਲੜਕਾ ਲੱਭਣਾ ਚਾਹੀਦਾ। ਤੇ ਕਹਿਣ ਲੱਗੇ ਭਰੀਏ ਕਿਹੋ ਜਿਹਾ ਚਾਹੀਦਾ? ਤੇ ਮਾਤਾ ਜੀ ਕਹਿਣ ਲੱਗੇ ਜਿਹੋ ਜਿਹਾ ਰਾਮਦਾਸ ਲਾਹੌਰ ਵਾਲਾ ਉਹੋ ਜਿਹਾ ਕਾਕਾ ਮਿਲੇ ਤੇ ਬੜਾ ਵਧੀਆ ਰਹੇਗਾ। ਮੈਂ ਬੇਨਤੀ ਕੀਤੀ ਖਾਨਦਾਨ ਦੀ ਅੱਗੇ ਵੀ। ਗੁਰੂ ਰਾਮਦਾਸ ਪਾਤਸ਼ਾਹ ਕੋਲ ਉਦੋਂ ਮਹਿਲ ਨਹੀਂ, ਉਦੋਂ ਅਟਾਰੀਆਂ ਤੇ ਪਦਾਰਥ ਨਹੀਂ, ਲੇਕਿਨ ਗੁਰੂ ਅਮਰਦਾਸ ਨੇ ਯੋਗਤਾ ਵੇਖੀ ਤੇ ਕਹਿਣ ਲੱਗੇ ਮਨਸਾ ਦੇਵੀ ਰਾਮਦਾਸ ਵਰਗਾ ਰਾਮਦਾਸ ਹੀ ਹੈ। ਔਰ ਮਾਤਾ ਭਾਨੀ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਵਿਆਹ ਹੋਇਆ। ਔਰ ਉਹਦੇ ਤੋਂ ਅੱਗੇ
ਜਿਹੜੀ ਕਥਾ, ਕਿਉਂਕਿ ਸਿੰਘ ਸਾਹਿਬ ਆ ਗਏ ਨੇ ਜਿਹਨੂੰ ਆਪਾਂ ਅਖਬਾਰਾਂ 'ਚ ਪੜ੍ਹਦੇ ਚੱਲਦਾ ਹੈ, ਤੇ ਕਿਤੇ ਲਿਖਿਆ ਦਾ PTO ਪਲੀਜ਼ ਟਰਨ ਓਵਰ। ਇਸ ਕਰਕੇ ਮੈਂ PTO ਦੇ ਹਵਾਲੇ ਦੇ ਨਾਲ ਬੇਨਤੀ ਕਰਾਂ, ਕਿਉਂਕਿ ਟਾਈਮ ਵੱਧ ਹੋ ਗਿਆ। ਇਹਦੇ ਤੋਂ ਅੱਗੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣ ਗਏ, ਉਹਦੇ ਤੋਂ ਅੱਗੇ ਜੋ ਸੋਢੀ ਖਾਨਦਾਨ ਵਿੱਚ ਬਾਬਾ ਸੂਰਜਮਲ ਪੈਦਾ ਹੋਏ, ਇਹਦੇ ਬਾਰੇ ਉਹ ਥੋੜ੍ਹੀ ਬਹੁਤੀ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਗੇ। ਔਰ ਇਹ ਸੂਰਜਮਲ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਵਿੱਚੋਂ ਇੱਕ ਸਨ, ਔਰ ਉਹਨਾਂ ਦੇ ਖਾਨਦਾਨ ਵਿੱਚੋਂ ਬਾਬਾ ਸ਼ਾਮ ਸਿੰਘ ਹੋਏ ਅਨੰਦਪੁਰ ਸਾਹਿਬ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਤੁਸੀਂ ਆਪਣਿਓ ਕੋਈ ਨਹੀਂ, ਸਮੇਂ ਦੇ ਨਾਲ ਤੁਹਾਡਾ ਸਤਿਕਾਰ ਮਾਣ ਵੀ ਹੋਵੇਗਾ। ਇਸ ਕਰਕੇ ਇਹ ਗੁਰੂ ਘਰੋਂ ਬਖਸ਼ੇ ਨੇ, ਔਰ ਇਹ ਘਰ ਅਜਿਹਾ ਜਿਹੜਾ ਕੋਈ ਘੱਟ ਨਹੀਂ। ਮੈਂ ਇੱਕ ਆਪਣੇ ਬਜ਼ੁਰਗਾਂ ਦੇ ਕੋਲੋਂ ਪਿੰਡੋਂ ਗੱਲ ਸੁਣੀ ਹੈ, ਜਿਵੇਂ ਆਪਾਂ ਬੈਠੇ ਬੈਠੇ ਭਰਾ ਕਈ ਵਾਰ ਬਹਿਸ ਪੈਂਦੇ ਹਾਂ, ਖੇਮ ਕਰਨ ਦੇ ਸੋਢੀ ਤੇ ਸੋਢੀ ਆਪਸ ਵਿੱਚ ਬਹਿਸ ਕਰਨ ਲੱਗ ਪਏ, ਅਸੀਂ ਤਗੜੇ ਹਾਂ। ਉਹ ਕਹਿੰਦਾ ਮੈਂ ਤਗੜਾ, ਭਾਈਚਾਰਾ। ਕਹਿੰਦੇ ਮੀਂਹ ਪਾਉਣਾ, ਇਹ ਬਾਬਾ ਆਸਣਾ ਵਾਲਾ ਕਹਿਣ ਲੱਗਾ ਮੈਂ ਮੀਂਹ ਨੂੰ ਪੈਣ ਦੇਣਾ। ਮੀਂਹ ਪਿਆ, ਲੇਕਿਨ ਜਿਹੜੀ ਇਹ ਆਸਣਾ ਵਾਲੇ ਬਾਬੇ ਦੀ ਪੈਲੀ ਸੀ, ਇਹਦੇ ਵਿੱਚ ਇੱਕ ਕਣੀ ਨਹੀਂ ਪਈ। ਇਹ ਸਿਆਣੇ ਬੰਦੇ ਕਹਿਣ ਲੱਗੇ ਸੋਢਿਓ, ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਨਵਾਜਿਆ, ਆਪਣਿਆਂ ਨਾਲ ਬਹਿਸ ਨਹੀਂ ਕਰੀ ਦੀ, ਔਰ ਉਹਨਾਂ ਦੀਆਂ ਜੱਫੀਆਂ ਪਵਾਈਆਂ। ਇਹ ਵੀ ਆਸਣਾ ਤੇ ਖੇਮ ਕਰਨ ਦਾ ਜੋ ਮੈਂ ਮੁੱਢ ਪੜ੍ਹਿਆ ਨਾ, ਉਹਦੇ ਵਿੱਚੋਂ ਮੈਨੂੰ ਇਹ ਇਤਿਹਾਸ ਦੀਆਂ ਪੰਕਤੀਆਂ ਮਿਲੀਆਂ, ਜਿਹੜਾ ਕਹਿੰਦੇ ਬਾਬੇ ਧਗਾਣੇ ਦੀ ਲਾਦ। ਇਹ ਬਾਤ ਨਹੀਂ, ਬਾਬਾ ਧਗਾਣਾ ਨਾਮ ਨਹੀਂ, ਨਾ ਸੀ ਸੁਖਚੈਨ। ਬਾਬਾ ਧਗਾਣਾ ਮੇਰੀ ਪਿੰਡ ਦੇ ਖੇਮਕਰਨ ਜਗ੍ਹਾ ਨਾ, ਮੈਨੂੰ ਦੱਸਿਆ ਵੀ ਬਾਬੇ ਧਗਾਣੇ ਦੀ ਲਾਦ ਨੇ। ਬਾਬਾ ਧਗਾਣਾ ਨਾਮ ਨਹੀਂ, ਧਗਾਣਾ ਉਹਨਾਂ ਦਾ ਵਿਸ਼ੇਸ਼ਣ ਸੀ, ਉਪਨਾਮ ਸੀ। ਜਿਵੇਂ ਜਗਤਾਰ ਸਿੰਘ ਜੀ ਹੈਡ ਗ੍ਰੰਥੀ, ਮੈਨੂੰ ਕਹਿੰਦੇ ਨੇ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਵਾਲਾ, ਨਾਂ ਜਸਵੰਤ ਸਿੰਘ ਤੇ ਜਗਤਾਰ ਸਿੰਘ ਹੈ, ਲੇਕਿਨ ਕਥਾ ਵਰਤੇ ਹੈਡ ਗ੍ਰੰਥੀ ਉਪਨਾਮ ਹਨ। ਦਰ ਅਸਲ ਘਟਨਾ ਇਹ ਹੈ, ਬਾਬਾ ਸੁਖਚੈਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ। ਜਿਹੜੇ ਸਾਡੇ ਕਮੋਹ ਭਰਾ ਨੇ ਨਾ, ਇਹਨਾਂ ਦਾ ਵਡੇਰਾ ਚੋਲੇ ਪਿੰਡ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਖੇਮ ਕਰਨ ਲੈ ਕੇ ਆਇਆ, ਤੇ 9 ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਖੇਮ ਕਰ ਰਹੇ, ਔਰ ਗੁਰੂ ਕੇ ਸਿੱਖ ਬਣੇ। ਇਹਦੇ ਮਨ ਵਿੱਚ ਭਾਵਨਾ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਘਰ ਪ੍ਰਸ਼ਾਦਾ ਛਕਣ, ਪਰ ਬਹੁਤਿਆਂ ਨੂੰ ਛਕਾਉਣ ਜੋਗਾ ਨਹੀਂ, ਕਈ ਬਾੜੇ ਵੀ ਹੁੰਦੇ ਨੇ। ਮੇਰੇ ਮਨ ਦੀ ਭਾਵਨਾ ਵੀ ਗੁਰੂ ਪਾਤਸ਼ਾਹ ਮੇਰੇ ਘਰ ਲੰਗਰ ਛਕਣ, ਪਰ ਮੈਂ ਬਹੁਤਿਆਂ ਨੂੰ ਛਕਾਉਣ ਨਹੀਂ ਜੋਗਾ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਨੇ ਨਾ, ਦਿੱਲੀ ਤੋਂ ਪਵਨ ਰੂਪ ਧਾਰ ਕੇ ਭਾਈ ਸੁਖਚੈਨ ਦੇ ਘਰ ਲੰਗਰ ਛਕਿਆ, ਤੇ ਆਖਿਆ ਭਾਈ ਧਗਾਣਿਆ ਢਿੰਗੋ ਜੋਰੀ ਨਾ ਕਰਿਆ ਕਰ। ਧਗਾਣਾ ਕਹਿੰਦੇ ਜਿਹੜਾ ਧੱਕਾ ਕਰੇ, ਕਹਿੰਦੇ ਤੂੰ ਪਿਆਰ ਨਾਲ ਧੱਕਾ ਨਾ ਕਰਿਆ ਕਰ। ਔਰ ਗੁਰੂ ਪਾਤਸ਼ਾਹ ਨੇ ਉਦੋਂ ਪੰਕਤੀਆਂ ਪੜੀਆਂ ਸਨ, ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੂਟੇ ਮੋਹ ਹੈ, ਏਕ ਸਮੇਂ ਮੋਹ ਕੋ ਗਏ ਬਾਂਧੇ, ਤੋ ਫਿਰ ਮੋਹ ਪੇ ਜਵਾਬ ਨਾ ਹੋਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਅਸੀਂ ਜਿਨ੍ਹਾਂ ਦੀ ਔਲਾਦ ਹਾਂ, ਆਪਾਂ ਉਹਨਾਂ ਵਰਗੇ ਬਣੀਏ। ਉਹ ਗੁਰੂ ਕੇ ਸਨ, ਆਪਾਂ ਗੁਰੂ ਕੇ ਬਣੀਏ। ਥਾਂ ਥਾਂ ਤੇ ਡੇਰਿਆਂ ਤੇ ਜਾ ਕੇ ਆਪਣਾ ਜੀਵਨ ਬਰਬਾਦ ਨਾ ਕਰੀਏ। ਸਾਨੂੰ ਹਦਾਇਤ ਹੈ, ਗੁਰੂ 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 ਕਰਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਜਿੱਥੋਂ ਸਿੰਘ ਸਾਹਿਬ ਆਏ ਨੇ, ਆਪਾਂ ਇਹਨਾਂ ਦਾ ਮਾਣ ਤਾਂ ਕਰਦੇ ਹਾਂ, ਉੱਥੋਂ ਸਾਨੂੰ ਇੱਕ ਵੱਡਾ ਮੈਸੇਜ ਮਿਲਦਾ ਦਰਬਾਰ ਸਾਹਿਬ 'ਚ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰਤਾ ਗੁਰੂ ਨਸਤਾਰੇ। ਬਾਣੀ ਗੁਰੂ ਹੈ, ਕਿਤੇ ਬੰਦਾ ਗੁਰੂ ਨਹੀਂ ਲਿਖਿਆ। ਇਸ ਕਰਕੇ ਗੁਰਬਾਣੀ ਨਾਲ ਜੁੜੋ, ਬੰਦਿਆਂ ਤੋਂ ਪਾਸੇ ਹੋ। ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ